ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 26 ਮਾਰਚ ਹੈ, ਦਿਨ ਸ਼ੁੱਕਰਵਾਰ ਹੈ। ਅੱਜ ਦੇ ਦਿਨ ਦੀ ਸਭ ਤੋਂ ਵੱਡੀ ਤੇ ਅਹਿਮ ਖਬਰ ਹੈ ਕਿ ਅੱਜ ਕਿਸਾਨਾਂ ਦੇ ਦਿੱਲੀ ਵਿੱਚ ਲੱਗੇ ਮੋਰਚਿਆਂ ਨੂੰ ਪੂਰੇ 4 ਮਹੀਨੇ ਹੋ ਚੁੱਕੇ ਨੇ। 26 ਨਵੰਬਰ ਨੂੰ ਕਾਫਲੇ ਉੱਥੇ ਪਹੁੰਚੇ ਸੀ ਤੇ ਅੱਜ 26 ਮਾਰਚ ਹੈ ਤੇ ਅੱਜ ਕਿਸਾਨਾਂ ਨੇ ਪੂਰਾ ਭਾਰਤ ਬੰਦ ਕਰਨ ਦਾ ਐਲਾਨ ਕੀਤਾ ਹੈ। ਸਵੇਰੇ 6 ਵਜੇ ਤੋਂ ਸ਼ਾਮ ਨੂੰ 6 ਵਜੇ ਤੱਕ ਪੂਰੇ 12 ਘੰਟਿਆਂ ਦੇ ਲਈ ਤੇ ਕਿਸਾਨਾਂ ਦਾ ਭਾਰਤ ਬੰਦ ਸ਼ੁਰੂ ਹੋ ਚੁੱਕਿਆ ਹੈ ਅੱਜ ਸਵੇਰੇ 6 ਵਜੇ। ਪੰਜਾਬ ਦੀਆਂ ਤਸਵੀਰਾਂ ਦੇਖੀਏ ਤਾਂ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸੁੰਨ ਪਸਰੀ ਹੋਈ ਹੈ। ਪੰਜਾਬ ਦੇ ਵਿੱਚ ਕਿਸਾਨਾਂ ਦੇ ਭਾਰਤ ਬੰਦ ਨੂੰ ਪੂਰਾ ਹੁੰਗਾਰਾ ਮਿਲਦਾ ਦਿਖਾਈ ਦੇ ਰਿਹਾ ਹੈ। ਬਾਕੀ ਸੂਬਿਆਂ ਦੀ ਪੂਰੇ ਭਾਰਤ ਦੀ ਜਿਹੜੀ ਜਾਣਕਾਰੀ ਹੈ ਉਹ ਅਸੀਂ ਬਾਅਦ ਦੇ ਵਿੱਚ ਦੇਵਾਂਗੇ ਤੇ ਅੱਜ ਦੇ ਭਾਰਤ ਬੰਦ ਦੇ ਦਰਮਿਆਨ ਸੜਕ ਤੇ ਰੇਲ ਆਵਾਜਾਈ ਹੈ ਕਿਸਾਨਾਂ ਦੇ ਵੱਲੋਂ ਠੱਪ ਕੀਤੀ ਜਾ ਰਹੀ ਹੈ। ਬਾਜ਼ਾਰ ਤੇ ਸਰਕਾਰੀ ਦਫ਼ਤਰ ਵੀ ਬੰਦ ਰੱਖੇ ਜਾਣਗੇ। ਜ਼ਰੂਰੀ ਸੇਵਾਵਾਂ ਹਾਲਾਂਕਿ ਬਹਾਲ ਰਹਿਣਗੀਆਂ। SGPC ਨੇ ਵੀ ਇਸ ਬੰਦ ਦਾ ਸਮਰਥਨ ਦਿੱਤਾ ਤੇ ਭਾਰਤ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਵੀ ਕਿਸਾਨਾਂ ਦੇ ਬੰਦ ਦਾ ਸਮਰਥਨ ਦਿੱਤਾ। ਅਸੀਂ ਤੁਹਾਨੂੰ ਸਭ ਨੂੰ ਅਪੀਲ ਕਰਦੇ ਹਾਂ ਕਿ ਅੱਜ ਦੇ ਦਿਨ ਖੱਜਲ ਖੁਆਰੀ ਤੋਂ ਬਚਣ ਦੇ ਲਈ ਸੜਕਾਂ ਤੇ ਨਾ ਨਿਕਲਿਓ। ਕਿਸਾਨਾਂ ਦੇ ਸਮਰਥਨ ਦੇ ਵਿੱਚ ਜੇ ਤੁਸੀਂ ਆ ਰਹੇ ਹੋ, ਇਕੱਠਾਂ ਦੇ ਵਿੱਚ ਸ਼ਾਮਿਲ ਹੋ ਰਹੇ ਹੋ ਤਾਂ ਜ਼ਰੂਰ ਆਇਓ, ਪਰ ਜੇ ਤੁਸੀਂ ਆਪਣੇ ਵਾਹਨਾਂ ਦੇ ਉੱਤੇ ਕਿਤੇ ਕੰਮ ਕਰਨ ਦੇ ਲਈ ਨਿਕਲੇ ਹੋ ਤਾਂ ਕਿਸਾਨ ਤੁਹਾਡੇ ਮੂਹਰੇ ਹੱਥ ਬੰਨ੍ਹ ਕੇ ਖੜ ਜਾਣਗੇ। ਇਸ ਕਰਕੇ ਤੁਸੀਂ ਬਾਹਰ ਨਾ ਨਿਕਲਿਓ। ਦੂਜੀ ਵੱਡੀ ਖਬਰ ਪੰਜਾਬ ਤੋਂ ਹੈ ਕਿ ਨਸ਼ਾ ਤਸਕਰੀ ਦੇ ਦੋਸ਼ਾਂ ਦੇ ਵਿੱਚ IG ਉਮਰਾਨ ਨੰਗਲ, 2 SP ਤੇ 2 DSP ਪੰਜਾਬ ਦੇ 5 ਵੱਡੇ ਅਧਿਕਾਰੀ ਮੁਅੱਤਲ ਕਰ ਦਿੱਤੇ ਨੇ। ਪੰਜਾਬ ਸਰਕਾਰ ਨੇ ਵੱਡੀ ਜਿਹੜੀ ਕਾਰਵਾਈ ਹੈ ਉਹ ਕੀਤੀ ਹੈ। ਉਮਰਾਨ ਨੰਗਲ ਪਹਿਲਾਂ ਵੀ ਮੁਅੱਤਲ ਕੀਤਾ ਜਾ ਚੁੱਕਿਆ ਬਹਿਬਲ ਕਲਾਂ ਗੋਲੀਕਾਂਡ ਦੇ ਵਿੱਚ ਤੇ ਹੁਣ ਇਸ ਕੇਸ ਦੇ ਵਿੱਚ ਵੀ ਉਸਨੂੰ ਮੁਅੱਤਲ ਕੀਤਾ ਗਿਆ ਹੈ। ਪੂਰੀ ਜਿਹੜੀ ਖਬਰ ਹੈ ਅੱਜ ਅਸੀਂ ਖਾਲਸ ਟੀਵੀ ਤੇ ਵਿਸਥਾਰ ਦੇ ਵਿੱਚ ਦੱਸਾਂਗੇ ਕਿ ਸਰਕਾਰ ਵੱਡੇ ਅਪਰਾਧੀ ਅਧਿਕਾਰੀਆਂ ਨੂੰ ਆਖਿਰਕਾਰ ਕਿਵੇਂ ਬਚਾਉਂਦੀ ਹੈ, ਕਿਵੇਂ ਛਾਵਾਂ ਕਰਦੀ ਹੈ ਕਿ ਹਾਲੇ ਤੱਕ ਇਹ ਸਾਰੇ ਅਧਿਕਾਰੀ ਉਮਰਾਨ ਨੰਗਲ ਵਰਗੇ ਜੇਲ੍ਹਾਂ ਚੋਂ ਬਾਹਰ ਨੇ। ਅਦਾਲਤਾਂ ਨੇ ਇਹਨਾਂ ਨੂੰ ਜ਼ਮਾਨਤਾਂ ਦੇ ਰੱਖੀਆਂ ਨੇ। ਆਖਿਰਕਾਰ ਕੀ ਕਾਰਨ ਹੈ ਕਿ ਬਚ ਕੇ ਰਹਿੰਦੇ ਨੇ? ਕੇਂਦਰ ਸਰਕਾਰ ਨੇ ਵਿਦੇਸ਼ਾਂ ਦੇ ਵਿੱਚ ਕਰੋਨਾ ਦਾ ਟੀਕਾ ਭੇਜਣ ਦੇ ਉੱਤੇ ਰੋਕ ਲਾ ਦਿੱਤੀ ਹੈ। ਕੌਮੀ ਬੈਂਕ ਦੇ ਗਠਨ ਸੰਬੰਧੀ ਰਾਜ ਸਭਾ ਦੇ ਵਿੱਚ ਬਿੱਲ ਪਾਸ ਹੋ ਗਿਆ। CBI, CVC ਤੇ CAG ਦੇ ਘੇਰੇ ਵਿੱਚੋਂ ਇਹ ਬੈਂਕ ਬਾਹਰ ਰਹੇਗਾ। 26% ਸਰਕਾਰ ਦੀ ਤੇ 74% ਨਿੱਜੀ ਖੇਤਰ ਦੀ ਹਿੱਸੇਦਾਰੀ ਹੋਵੇਗੀ। ਪੱਛਮੀ ਬੰਗਾਲ ਦੀਆਂ ਪਹਿਲੇ ਗੇੜ ਦੀਆਂ ਚੋਣਾਂ ਲਈ ਪ੍ਰਚਾਰ ਬੰਦ ਹੋ ਗਿਆ। ਕੱਲ੍ਹ ਨੂੰ ਪੱਛਮੀ ਬੰਗਾਲ ਦੇ ਵਿੱਚ ਪਹਿਲੇ ਗੇੜ ਦੀਆਂ ਵੋਟਾਂ ਪੈਣਗੀਆਂ। ਪੂਰੇ 8 ਗੇੜਾਂ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਵੋਟਾਂ ਪੈਣਗੀਆਂ। ਬਠਿੰਡਾ ਦੇ ਵਿੱਚ ਜਿਆਣੀ ਨੇ ਕਿਸਾਨਾਂ ਦੇ ਨਾਲ ਲੁਕਣ ਮੀਟੀ ਖੇਡੀ। ਇੱਥੇ ਕਿਸਾਨਾਂ ਨੇ ਸੁਰਜੀਤ ਕੁਮਾਰ ਜਿਆਣੀ BJP ਲੀਡਰ ਦਾ ਤਿੱਖਾ ਵਿਰੋਧ ਕੀਤਾ। ਰੂਪਨਗਰ ਦੇ ਵਿੱਚ ਵੀ ਰਾਜੇਸ਼ ਬਾਘਾ ਸਣੇ BJP ਲੀਡਰਾਂ ਨੂੰ ਕਿਸਾਨਾਂ ਤੇ ਸੀਟੂ ਵਰਕਰਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਜਤਾਇਆ ਤੇ ਉਹਨਾਂ ਨੂੰ ਘੇਰ ਲਿਆ। ਜੇ ਗੱਲ ਕਰੀਏ ਹਰਿਆਣਾ ਦੀ ਤਾਂ ਇੱਥੇ ਗੜੀ ਸਾਂਪਲਾ ਦੇ ਵਿੱਚ ਸਾਬਕਾ ਕੇਂਦਰੀ ਮੰਤਰੀ ਬੀਰੇਂਦਰ ਸਿੰਘ ਦੇ ਜਨਮ ਦਿਨ ਤੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਕੱਢੇ ਮੋਟਰਸਾਈਕਲ ਮਾਰਚ ਦਾ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਵਿਰੋਧ ਕੀਤਾ। ਸੋ ਹਰਿਆਣਾ ਹੋਵੇ ਜਾਂ ਪੰਜਾਬ ਹੋਵੇ, BJP ਲੀਡਰਾਂ ਦੇ ਬੁਰੇ ਹਾਲਾਤ ਨੇ। ਕਿਸਾਨ ਇਹਨਾਂ ਦਾ ਥਾਂ-ਥਾਂ ਤੇ ਵਿਰੋਧ ਕਰ ਰਹੇ ਨੇ। ਨਵਜੋਤ ਸਿੱਧੂ ਦੀ ਮੁੱਖ ਧਾਰਾ ਦੇ ਵਿੱਚ ਵਾਪਸੀ ਹੈ ਜਿਹੜੀ ਉਹ ਫਿਰ ਤੋਂ ਹੋਣੀ ਮੁਸ਼ਕਿਲ ਹੋ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ TV ਚੈਨਲ ਨੂੰ ਇੰਟਰਵਿਊ ਦਿੱਤਾ। ਉਹਦੇ ਵਿੱਚ ਕੈਪਟਨ ਨੇ ਪੱਤੇ ਖੋਲ੍ਹ ਦਿੱਤੇ ਨੇ ਕਿ ਉਹਨਾਂ ਨੇ ਸਿੱਧੂ ਨੂੰ ਕੀ ਪੇਸ਼ਕਸ਼ ਕੀਤੀ ਹੈ। ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਿਸਵਾ ਫਾਰਮ ਤੇ 17 ਮਾਰਚ ਨੂੰ ਚਾਹ ਤੇ ਮਿਲਣੀ ਹੋਈ ਸੀ। 50 ਮਿੰਟ ਤੱਕ ਮਿਲਦੇ ਰਹੇ ਸੀ ਪਰ ਪਤਾ ਨਹੀਂ ਸੀ ਲੱਗਿਆ ਕਿ ਕੈਪਟਨ ਨੇ ਸਿੱਧੂ ਨੂੰ ਪੇਸ਼ਕਸ਼ ਕੀ ਕੀਤੀ ਹੈ। ਸੋ ਨਵਜੋਤ ਸਿੱਧੂ ਦੇ ਵਾਸਤੇ ਕੈਪਟਨ ਨੇ ਕਿਹਾ ਕਿ ਸਰਕਾਰ ਦੇ ਵਿੱਚ ਮਹਿਕਮਾ ਖਾਲੀ ਰੱਖਿਆ ਗਿਆ ਹੈ। ਕਦੋਂ ਮਰਜ਼ੀ ਸਿੱਧੂ ਵਾਪਸ ਆ ਜਾਣ, ਪਰ ਸਿੱਧੂ ਨੂੰ ਇਹ ਫੈਸਲਾ ਜਲਦੀ ਲੈਣਾ ਪਵੇਗਾ। ਯਾਨੀ ਕਿ ਮੁੱਖ ਮੰਤਰੀ ਨੇ ਨਵਜੋਤ ਸਿੱਧੂ ਨੂੰ ਵਜ਼ੀਰੀ ਦੀ ਪੇਸ਼ਕਸ਼ ਕੀਤੀ ਹੈ। ਇਸ ਕਰਕੇ ਨਾ ਹੀ ਤਾਂ ਨਵਜੋਤ ਸਿੰਘ ਸਿੱਧੂ ਉਪ ਮੁੱਖ ਮੰਤਰੀ ਬਣ ਸਕਦੇ ਨੇ ਤੇ ਨਾ ਹੀ ਪੰਜਾਬ ਦੇ ਵਿੱਚ ਕਾਂਗਰਸ ਪ੍ਰਧਾਨ ਬਣ ਸਕਦੇ ਨੇ। ਕੈਪਟਨ ਦੇ ਇਸ ਬਿਆਨ ਨਾਲ ਸਾਰਾ ਕੁਝ ਸਾਫ਼ ਹੋ ਗਿਆ। ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਨੂੰ ਬਿਜਲੀ ਮੰਤਰਾਲਾ ਦੇਣ ਦੇ ਹੀ ਇੱਛੁਕ ਨੇ ਤੇ ਨਵਜੋਤ ਸਿੰਘ ਸਿੱਧੂ ਅੜੇ ਹੋਏ ਨੇ ਕਿ ਜੇ ਉਹਨਾਂ ਨੇ ਵਜ਼ੀਰੀ ਲੈਣੀ ਹੈ ਤਾਂ ਉਹ ਪਹਿਲਾਂ ਵਾਲਾ ਹੀ ਮੰਤਰਾਲਾ ਚਾਹੁੰਦੇ ਨੇ। ਸੋ ਦੇਖਣਾ ਹੋਏਗਾ ਕਿ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਕਾਂਗਰਸ ਦੇ ਵਿੱਚ ਕਿਸ ਤਰੀਕੇ ਨਾਲ ਤੇ ਕਦੋਂ ਤੱਕ ਵਾਪਸੀ ਹੋਵੇਗੀ। ਪੰਜਾਬ ਦੇ ਵਿੱਚ BJP ਦੇ ਵੱਡੇ ਲੀਡਰ ਸੁਰਜੀਤ ਕੁਮਾਰ ਜਿਆਣੀ ਪਹਿਲਾਂ ਕਿਸਾਨਾਂ ਦੇ ਹੱਕ ਦੀ ਵੀ ਗੱਲ ਕਰਦੇ ਰਹੇ ਨੇ, ਪਰ ਹੁਣ ਕਿਸਾਨਾਂ ਦੀ ਮੌਤ ਨੂੰ ਵੀ ਕਿਸਾਨਾਂ ਦਾ ਹੀ ਜ਼ਿੰਮੇਵਾਰ ਦੱਸ ਰਹੇ ਨੇ। ਜਿਆਣੀ ਨੇ ਤਿੰਨੇ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਕੇਂਦਰ ਸਰਕਾਰ ਦੀ ਪਿੱਠ ਥਾਪੜੀ ਹੈ ਤੇ ਤਿੰਨੇ ਕਾਨੂੰਨਾਂ ਨੂੰ ਕਿਸਾਨਾਂ ਦੇ ਲਈ ਲਾਹੇਵੰਦ ਦੱਸਿਆ ਹੈ।
ਹਰਿਆਣਾ ਦੇ ਮੁੱਖ ਮੰਤਰੀ ਖੱਟਰ ਕਹਿ ਰਹੇ ਨੇ ਕਿ ਧਰਮ ਪਰਿਵਰਤਨ ਰੋਕੂ ਕਾਨੂੰਨ ਅਸੀਂ ਛੇਤੀ ਲੈ ਕੇ ਆਵਾਂਗੇ, ਯਾਨੀ ਕਿ ਸੂਬੇ ਦੇ ਵਿੱਚ ਜਿਹੜੇ ਵੀ ਧਰਮ ਦਾ ਬੰਦਾ ਹੈ ਉਹ ਆਪਣਾ ਧਰਮ ਤਬਦੀਲ ਨਹੀਂ ਕਰ ਸਕੇਗਾ। ਸੁਖਪਾਲ ਖਹਿਰਾ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਈਡੀ ਨੇ ਜੋ ਛਾਪੇਮਾਰੀ ਕੀਤੀ ਹੈ, ਜੋ ਖਹਿਰਾ ਤੇ ਇਲਜ਼ਾਮ ਲਾਏ ਨੇ ਉਹਨਾਂ ਦਾ ਖੁਲਾਸਾ ਕੀਤਾ ਹੈ ਤੇ ਨਾਲ ਹੀ ਖਹਿਰਾ ਨੇ ਇਲਜ਼ਾਮ ਲਾਇਆ ਹੈ ਕਿ ਕਿਸਾਨਾਂ ਦੀ ਹਮਾਇਤ ਕਰਨ ਕਰਕੇ ਹੀ ਈਡੀ ਨੇ ਮੇਰੇ ਘਰਾਂ ਦੇ ਉੱਤੇ ਛਾਪੇਮਾਰੀ ਕੀਤੀ ਹੈ। ਮੋਦੀ ਸਰਕਾਰ ਖਿਲਾਫ ਝੂਠੇ ਕੇਸ ਵਿੱਚ ਫਸਾਉਣ ਦੇ ਦੋਸ਼ ਵੀ ਲਾਏ ਨੇ। ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ ਖਾਲਸਾ ਸਮੇਤ ਪੰਜਾਬ ਦੇ ਅਜਾਇਬ ਘਰ 10 ਅਪ੍ਰੈਲ ਤੱਕ ਪੰਜਾਬ ਸਰਕਾਰ ਨੇ ਬੰਦ ਕਰ ਦਿੱਤੇ ਨੇ। ਇੱਥੇ ਸਾਰੀਆਂ ਜਿਹੜੀਆਂ ਵਿਰਾਸਤਾਂ ਹੈਗੀਆਂ ਨੇ ਇਹਨਾਂ ਵਿੱਚ ਆਮ ਲੋਕਾਂ ਦੇ ਦਾਖਲੇ ਤੇ ਪਾਬੰਦੀ ਤੁਰੰਤ ਲਾਉਣ ਦੇ ਹੁਕਮ ਜਾਰੀ ਕਰ ਦਿੱਤੇ ਨੇ। ਕਾਂਗਰਸ ਦੇ ਇੱਕ ਵਿਧਾਇਕ ਜੋਗਿੰਦਰਪਾਲ ਦੀ ਮੱਤ ਇੰਨੀ ਮਾਰੀ ਗਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਤੁਲਨਾ ਗੁਰੂ ਨਾਨਕ ਸਾਹਿਬ ਦੇ ਨਾਲ ਕਰ ਦਿੱਤੀ ਹੈ ਤੇ ਇਸ ਦਾ ਕਾਂਗਰਸ ਪਾਰਟੀ ਨੇ ਵੀ ਬੁਰਾ ਮਨਾਇਆ ਹੈ। ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਤਾਂ ਕਾਂਗਰਸੀ ਵਿਧਾਇਕ ਆ ਹੀ ਗਿਆ, ਸਿਰਫ ਵਿਰੋਧੀ ਧਿਰਾਂ ਹੀ ਨਹੀਂ ਆਮ ਲੋਕ ਵੀ ਇਸ ਵਿਧਾਇਕ ਦਾ ਵਿਰੋਧ ਕਰ ਰਹੇ ਨੇ। ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਦੀ ਮਾਫੀ ਮੰਗਣ। ਜਾਖੜ ਨੇ ਵੀ ਕਿਹਾ ਕਿ ਵਿਧਾਇਕ ਜੋਗਿੰਦਰਪਾਲ ਤੁਰੰਤ ਮਾਫੀ ਮੰਗੇ ਕਿਉਂਕਿ ਬਹੁਤ ਹੀ ਮੰਦਭਾਗਾ ਬਿਆਨ ਹੈ। ਇਸ ਤਰ੍ਹਾਂ ਗੁਰੂ ਸਾਹਿਬਾਨ ਦੇ ਨਾਲ ਤੁਲਨਾ ਕਰਨੀ ਬਿਲਕੁਲ ਗਲਤ ਹੈ। ਕਿਸਾਨ ਲੀਡਰ ਰੁਲਦੂ ਸਿੰਘ ਨੇ ਇਲਜ਼ਾਮ ਲਾਇਆ ਕਿ ਕਰੋਨਾ ਦੇ ਨਾਂ ਤੇ ਕੇਂਦਰ ਸਰਕਾਰ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ। ਭਾਰਤ ਬੰਦ ਦਾ ਸੱਦਾ ਸਫਲ ਬਣਾਉਣ ਲਈ ਹਰ ਵਰਗ ਤੋਂ ਸਹਿਯੋਗ ਵੀ ਮੰਗਿਆ ਤੇ ਕਿਸਾਨਾਂ ਨੇ ਹਰ ਵਰਗ ਨੂੰ ਕੇਂਦਰ ਖਿਲਾਫ ਨਿੱਤਰਨ ਦਾ ਅੱਜ ਸੱਦਾ ਦਿੱਤਾ ਹੈ। ਦੇਖਣਾ ਹੋਏਗਾ ਕਿ ਤੁਹਾਡੇ ਵਿੱਚੋਂ ਕੌਣ-ਕੌਣ ਕਿਸਾਨਾਂ ਦੇ ਸੱਦੇ ਨੂੰ ਮੰਨਦਾ ਹੋਇਆ ਭਾਰਤ ਬੰਦ ਦੇ ਸੱਦੇ ਵਿੱਚ ਸ਼ਾਮਿਲ ਹੁੰਦਾ ਹੈ। ਪੰਜਾਬ ਦੇ ਵਿੱਚ ਕੇਂਦਰ ਸਰਕਾਰ ਨੇ ਚੁੱਪ-ਚਪੀਤੇ ਖਾਦਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਨੇ। ਪੁਰਾਣੇ ਮੁੱਲ ਵਾਲੀਆਂ ਖਾਦਾਂ ਦੀ ਸਪਲਾਈ ਹੈ ਜਿਹੜੀ ਉਹ ਬੰਦ ਹੋ ਚੁੱਕੀ ਹੈ। ਕੇਂਦਰ ਸਰਕਾਰ ਨੇ ਅਚਾਨਕ ਡੀਏਪੀ ਤੇ ਸੁਪਰ ਫਾਸਫੇਟ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਸਰਕਾਰ ਵੱਲੋਂ ਮਾਰਚ ਮਹੀਨੇ ਖਾਦ ਕੀਮਤਾਂ 'ਚ ਕੀਤੇ ਗਏ ਵਾਧੇ ਦਾ ਸਭ ਤੋਂ ਵੱਧ ਭਾਰ ਮਾਲਵਾ ਪੱਟੀ ਦੇ ਕਿਸਾਨਾਂ ਤੇ ਪਵੇਗਾ ਕਿਉਂਕਿ ਹਾੜੀ ਸਾਉਣੀ ਦੌਰਾਨ ਇਹਨਾਂ ਖਾਦਾਂ ਦੀ ਸਭ ਤੋਂ ਵੱਧ ਵਰਤੋਂ ਦੱਖਣੀ ਪੰਜਾਬ ਦੇ ਇਸ ਇਲਾਕੇ ਮਾਲਵੇ ਦੇ ਵਿੱਚ ਹੁੰਦੀ ਹੈ। ਚੁੱਪ-ਚਪੀਤੇ ਵਧਾਏ ਭਾਅ ਕਾਰਨ ਸਰਕਾਰੀ ਤੇ ਪ੍ਰਾਈਵੇਟ ਖਾਦ ਡੀਲਰਾਂ ਨੇ ਕਿਸਾਨਾਂ ਨੂੰ ਖਾਦ ਦੇਣ ਤੋਂ ਹੁਣ ਪਾਸਾ ਵੱਟ ਲਿਆ। ਟਿੱਕਰੀ ਬਾਰਡਰ ਤੋਂ ਲੰਘੀ ਰਾਤ ਖਬਰ ਮਿਲੀ ਹੈ ਜਿੱਥੇ ਬਹਾਦਰਗੜ੍ਹ ਬਾਈਪਾਸ ਨੇੜੇ ਇੱਕ ਕਿਸਾਨ ਦੀ ਲਾਸ਼ ਮਿਲੀ ਹੈ। ਕਿਸਾਨ ਦੀ ਲਾਸ਼ ਇੰਨੀ ਬੁਰੀ ਹਾਲਾਤ ਦੇ ਵਿੱਚ ਹੈ ਕਿ ਗਲਾ ਵੱਢਿਆ ਹੋਇਆ ਮਿਲਿਆ। ਤੁਰੰਤ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲਾ ਸਮੇਤ ਪੁਲਿਸ ਵੀ ਉੱਥੇ ਪਹੁੰਚ ਗਈ ਸੀ ਅਤੇ ਘਟਨਾ ਦੀ ਛਾਣਬੀਣ ਕਰਨ ਲੱਗੀ ਹੈ ਅਤੇ ਮੁੱਢਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਜੋ ਕਿਸਾਨ ਦੀ ਜੇਬ ਦੇ ਵਿੱਚ ਆਧਾਰ ਕਾਰਡ ਸੀ ਉਸ ਤੋਂ ਪਤਾ ਲੱਗਿਆ ਕਿ ਕਿਸਾਨ ਬਠਿੰਡਾ ਦਾ ਰਹਿਣ ਵਾਲਾ ਹੈ। ਇਹ ਬਹੁਤ ਹੀ ਮੰਦਭਾਗੀ ਘਟਨਾ ਟਿੱਕਰੀ ਬਾਰਡਰ ਤੇ ਵਾਪਰੀ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲੀ ਖਬਰ ਹੈ ਜਿਹੜੀ ਉਹ ਹੈ ਮੁਲਜ਼ਮ ਤੇ ਦਾਗੀ ਪੁਲਿਸ ਅਧਿਕਾਰੀਆਂ ਦੇ ਨਾਲ ਜੁੜੀ ਹੋਈ। ਇਸ ਵਿਸ਼ੇ ਤੇ ਅਸੀਂ ਰਿਪੋਰਟ ਕਰਾਂਗੇ ਜਲਦ ਹੀ ਦਾ ਖਾਲਸ ਟੀਵੀ ਦੇ ਉੱਤੇ ਕਿ ਸਰਕਾਰ ਹੈ ਜਿਹੜੀ ਉਹ ਅਪਰਾਧੀ ਅਧਿਕਾਰੀਆਂ ਨੂੰ ਕਿਵੇਂ ਬਚਾਉਂਦੀ ਹੈ, ਕਿਵੇਂ ਉਹਨਾਂ ਨੂੰ ਛਤਰ ਛਾਇਆ ਦੇ ਹੇਠ ਰੱਖਦੀ ਹੈ। ਪੰਜਾਬ ਸਰਕਾਰ ਨੇ ਹਾਲਾਂਕਿ ਵੱਡੀ ਕਾਰਵਾਈ ਕੀਤੀ ਹੈ। ਵਿਵਾਦਿਤ ਪੁਲਿਸ ਅਧਿਕਾਰੀ ਆਈਜੀ ਪਰਮਰਾਜ ਸਿੰਘ ਉਮਰਾ ਨੰਗਲ ਜਿਹੜੇ ਪਹਿਲਾਂ ਤੋਂ ਹੀ ਬਹਿਬਲ ਕਲਾਂ ਗੋਲੀकांड ਦੇ ਵਿੱਚ ਸਸਪੈਂਡ ਹੋ ਚੁੱਕੇ ਨੇ, ਉਹਨਾਂ ਨੂੰ ਮੁੜ ਤੋਂ ਨਸ਼ਿਆਂ ਦੇ ਕੇਸ ਦੇ ਵਿੱਚ ਸਸਪੈਂਡ ਕੀਤਾ ਗਿਆ। ਪਰਮਰਾਜ ਸਿੰਘ ਉਮਰਾ ਨੰਗਲ, ਐਸਪੀ ਵਰਿੰਦਰਜੀਤ ਸਿੰਘ ਥਿੰਦ, ਫਰੀਦਕੋਟ ਦਾ ਐਸਪੀ ਡੀ ਸੇਵਾ ਸਿੰਘ ਮੱਲੀ, ਪਰਮਿੰਦਰ ਸਿੰਘ ਬਾਠ ਡੀਐਸਪੀ ਅਤੇ ਕਰਨ ਸ਼ੇਰ ਸਿੰਘ ਡੀਐਸਪੀ ਫਤਿਹਗੜ੍ਹ ਸਾਹਿਬ ਇਹਨਾਂ ਸਭ ਨੂੰ ਮੁਅੱਤਲ ਕਰ ਦਿੱਤਾ ਗਿਆ। ਸੂਬੇ ਦੇ ਡੀਜੀਪੀ ਦਫ਼ਤਰ ਦੇ ਵੱਲੋਂ ਭੇਜੀ ਗਈ ਜਿਹੜੀ ਸਿਫਾਰਿਸ਼ ਸੀ ਉਸ ਦੇ ਅਧਿਕਾਰ ਤੇ ਗ੍ਰਹਿ ਵਿਭਾਗ ਨੇ ਇਹਨਾਂ ਪੁਲਿਸ ਅਫਸਰਾਂ ਦੀ ਮੁਅੱਤਲੀ ਦੇ ਹੁਕਮ ਦਿੱਤੇ ਨੇ। ਪੁਲਿਸ ਰਿਪੋਰਟ 'ਚ ਇਹ ਵੀ ਕਿਹਾ ਗਿਆ ਕਿ ਮੁਅੱਤਲ ਕੀਤੇ ਪੁਲਿਸ ਅਧਿਕਾਰੀਆਂ ਦੀ ਕਥਿਤ ਸ਼ਮੂਲੀਅਤ ਦੇ ਤੱਥ ਐਸਟੀਐਫ ਦੇ ਵੱਲੋਂ ਨਸ਼ਿਆਂ ਦੀ ਸਮਗਲਿੰਗ ਦੇ ਦੋਸ਼ਾਂ 'ਚ ਗ੍ਰਿਫਤਾਰ ਕੀਤੇ ਖੰਨਾ ਜ਼ਿਲ੍ਹੇ ਦੇ ਸਰਪੰਚ ਗੁਰਦੀਪ ਸਿੰਘ ਰਾਣੋ ਦੇ ਮਾਮਲੇ 'ਚ ਸਾਹਮਣੇ ਆਈ ਹੈ। ਐਸਟੀਐਫ ਨੇ ਗੁਰਦੀਪ ਸਿੰਘ ਦੀ ਤਫਤੀਸ਼ ਦੇ ਆਧਾਰ ਤੇ ਸਰਕਾਰ ਤੇ ਡੀਜੀਪੀ ਦਫ਼ਤਰ ਨੂੰ ਜੋ ਰਿਪੋਰਟ ਭੇਜੀ ਸੀ ਉਸ ਰਿਪੋਰਟ ਦੇ ਵਿੱਚ ਇਹਨਾਂ ਪੁਲਿਸ ਅਫਸਰਾਂ ਦੇ ਗੁਰਦੀਪ ਨਾਲ ਨੇੜਲੇ ਸੰਬੰਧਾਂ ਦਾ ਜ਼ਿਕਰ ਕੀਤਾ ਗਿਆ ਤੇ ਨਸ਼ਿਆਂ ਦੀ ਸਮਗਲਿੰਗ ਕਰਨ ਵਾਲੇ ਕੇਸ ਦੇ ਵਿੱਚ ਕਿਸੇ ਵਿਅਕਤੀ ਦੇ ਨਾਲ ਸੰਬੰਧ ਰੱਖਣ ਦੇ ਦੋਸ਼ ਤਹਿਤ ਪੰਜਾਬ ਸਰਕਾਰ ਨੇ ਪਹਿਲੀ ਵਾਰੀ ਇੰਨੀ ਵੱਡੀ ਕਾਰਵਾਈ ਕੀਤੀ ਹੈ ਕਿ ਆਈਜੀ, ਐਸਪੀ ਤੇ ਡੀਐਸਪੀ ਰੈਂਕ ਦੇ ਪੁਲਿਸ ਅਫਸਰਾਂ ਨੂੰ ਸਸਪੈਂਡ ਕਰ ਦਿੱਤਾ ਹੈ। ਪਰ ਵੱਡਾ ਸਵਾਲ ਇਹ ਉੱਠਦਾ ਹੈ ਕਿ ਸਸਪੈਂਡ ਤਾਂ ਕਰ ਦਿੱਤਾ ਹੈ, ਉਮਰਾ ਨੰਗਲ ਵੀ 2019 ਦੇ ਵਿੱਚ ਉਸਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀਗਾ ਬਹਿਬਲ ਕਲਾਂ ਗੋਲੀकांड ਮਾਮਲੇ ਦੇ ਵਿੱਚ। ਉਸ ਤੋਂ ਬਾਅਦ ਜ਼ਮਾਨਤ ਮਿਲ ਜਾਂਦੀ ਹੈ। ਆਖਿਰਕਾਰ ਇਸ ਕੇਸ ਦੇ ਵਿੱਚ ਗ੍ਰਿਫਤਾਰੀ ਕਦੋਂ ਹੋਏਗੀ, ਵੱਡਾ ਸਵਾਲ ਇਹ ਉੱਠਦਾ ਹੈ।
ਸੋ ਅਸੀਂ ਇਹ 'ਤੇ ਜਲਦੀ ਰਿਪੋਰਟ ਦਿਆਂਗੇ। ਖਾਸ ਕਰਕੇ ਪਰਮਰਾਜ ਸਿੰਘ ਉਮਰਾ ਨੰਗਲ ਦਾ ਜ਼ਿਕਰ ਕਰਾਂਗੇ ਕਿ ਉਮਰਾ ਨੰਗਲ ਅੱਜ ਤੱਕ ਕਿਹੜੇ-ਕਿਹੜੇ ਅਪਰਾਧਾਂ ਦੇ ਵਿੱਚ ਫਸਿਆ ਹੋਇਆ, ਕਿਹੜੇ-ਕਿਹੜੇ ਅਪਰਾਧ ਉਹਦੇ ਖਿਲਾਫ ਸਾਬਿਤ ਹੋ ਚੁੱਕੇ ਨੇ, ਪਰ ਹਾਲੇ ਵੀ ਬਾਹਰ ਹੈ, ਜੇਲ੍ਹ ਦੇ ਵਿੱਚ ਨਹੀਂ ਹੈ, ਸਲਾਖਾਂ ਦੇ ਪਿੱਛੇ ਨਹੀਂ ਹੈ। ਆਖਿਰਕਾਰ ਕੀ ਕਾਰਨ ਹੈ, ਕਿਵੇਂ ਬਚ ਜਾਂਦੇ ਨੇ, ਅਦਾਲਤਾਂ ਦੇ ਵਿੱਚੋਂ ਕਿਵੇਂ ਅਜਿਹੇ ਅਪਰਾਧੀਆਂ ਨੂੰ ਜ਼ਮਾਨਤਾਂ ਮਿਲ ਜਾਂਦੀਆਂ ਨੇ। ਦੂਸਰੀ ਵੱਡੀ ਖਬਰ ਹੈ ਕਿ ਇਕਜੁੱਟਤਾ ਮਾਰਚ ਕੱਢਿਆ ਗਿਆ ਹੈ। ਕਿਸਾਨੀ ਸੰਘਰਸ਼ ਦਾ ਪਹਿਲਾ ਨੌਜਵਾਨ ਸ਼ਹੀਦ ਜਿਹੜਾ ਪੁਲਿਸ ਦੀ ਗੋਲੀ ਦੇ ਨਾਲ ਮਰਿਆ। ਸ਼ਹੀਦ ਨੌਜਵਾਨ ਨਵਰੀਤ ਸਿੰਘ ਦੇ ਦਾਦੇ ਹਰਦੀਪ ਸਿੰਘ ਡਿਬਡਿਬਾ ਦੀ ਅਗਵਾਈ ਦੇ ਵਿੱਚ ਇਕਜੁੱਟਤਾ ਮਾਰਚ ਕੱਢਿਆ ਗਿਆ ਮੋਗੇ ਤੋਂ ਸ਼ੰਭੂ ਬਾਰਡਰ ਤੱਕ। ਤੇ ਇਸ ਇਕਜੁੱਟਤਾ ਮਾਰਚ ਦੇ ਵਿੱਚ ਭਾਈ ਹਰਦੀਪ ਸਿੰਘ ਡਿਬਡਿਬਾ ਖੁਦ ਪਹੁੰਚੇ ਹੋਏ ਸੀ। ਪੰਜਾਬੀ ਗਾਇਕ ਕੰਵਰ ਗਰੇਵਾਲ, ਭਾਈ ਮਨਧੀਰ ਸਿੰਘ, ਜੋਗਾ ਸਿੰਘ ਚੱਪੜ ਤੇ ਜਿਹੜਾ ਹਰਿਆਣੇ ਦਾ ਨੌਜਵਾਨ ਨਵਦੀਪ ਸਿੰਘ, ਇਹ ਸਾਰੇ ਪਹੁੰਚੇ ਹੋਏ ਸੀ। ਯਾਨੀ ਕਿ ਸਾਰੀਆਂ ਉੱਘੀਆਂ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਸੀ, ਪਰ ਕੋਈ ਵੱਡਾ ਕਿਸਾਨ ਲੀਡਰ ਇਸ ਇਕਜੁੱਟਤਾ ਮਾਰਚ ਦੇ ਵਿੱਚ ਨਹੀਂ ਪਹੁੰਚਿਆ, ਜਦ ਕਿ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਕੀਤਾ ਗਿਆ ਇਕਜੁੱਟਤਾ ਮਾਰਚ ਹੈ। ਮੋਗਾ ਤੋਂ ਸ਼ੁਰੂ ਹੋਇਆ, ਮੋਗਾ ਤੋਂ ਮੁੱਲਾਂਪੁਰ, ਲੁਧਿਆਣਾ, ਦੁਰਾਹਾ, ਖੰਨਾ, ਗੋਬਿੰਦਗੜ੍ਹ, ਸਰਹੰਦ, ਰਾਜਪੁਰਾ ਤੋਂ ਹੁੰਦਾ ਹੋਇਆ ਸ਼ੰਭੂ ਬਾਰਡਰ ਤੇ ਇਸਨੇ ਪਹਿਲਾ ਪੜਾਅ ਕੀਤਾ। ਤੇ ਇਹਦੇ ਵਿੱਚ ਸ਼ਾਮਿਲ ਲੋਕ ਨੇ ਜਿਹੜੇ ਉੱਥੇ ਸਟੇਜ ਲੱਗੀ ਹੋਈ ਸੀ ਤੇ ਉੱਥੇ ਪਹੁੰਚੇ ਹੋਏ, ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਹੋਏ ਸੀ ਤੇ ਉਹਨਾਂ ਨੂੰ ਸੰਬੋਧਨ ਕੀਤਾ। ਉਸ ਤੋਂ ਬਾਅਦ ਹਰਿਆਣਾ ਵੱਲ ਨੂੰ ਇਹ ਮਾਰਚ ਚਲਾ ਗਿਆ, ਅੰਬਾਲਾ, ਕੁਰੂਕਸ਼ੇਤਰ, ਕਰਨਾਲ, ਪਾਣੀਪਤ, ਸੋਨੀਪਤ। ਉਸ ਤੋਂ ਬਾਅਦ ਇਹ ਕੁੰਡਲੀ ਸਿੰਘੂ ਬਾਰਡਰ ਪਹੁੰਚ ਕੇ ਸਮਾਪਤ ਹੋਵੇਗਾ। ਤੇ ਇੱਥੇ ਪਹੁੰਚੇ ਜਿਹੜੇ ਬੁਲਾਰੇ ਨੇ ਉਹਨਾਂ ਨੇ ਕੀ ਕੁਝ ਕਿਹਾ ਹੈ। ਖਾਸ ਤੌਰ ਤੇ ਜਿਹੜੇ ਨੌਜਵਾਨ ਨੇ ਉਹਨਾਂ ਨੇ ਸਲਾਮ ਕੀਤਾ। ਉਹਨਾਂ ਨੇ ਕਿਹਾ ਕਿ ਨੌਜਵਾਨ ਨਵਰੀਤ ਸਿੰਘ ਕਿਸਾਨੀ ਮੋਰਚੇ ਦਾ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੋਇਆ ਪਹਿਲਾ ਸ਼ਹੀਦ ਹੈ। ਹਾਲਾਂਕਿ ਹੁਣ ਤੱਕ 300 ਤੋਂ ਵੱਧ ਕਿਸਾਨ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਇਸ ਮੋਰਚੇ ਦੇ ਵਿੱਚ, ਕੁਦਰਤੀ ਤੌਰ ਤੇ ਜਾਂ ਫਿਰ ਖੁਦਕੁਸ਼ੀਆਂ ਕਰਕੇ ਜਾਂ ਬਿਮਾਰੀਆਂ ਦੇ ਨਾਲ, ਪਰ ਪੁਲਿਸ ਦੇ ਜ਼ਬਰ ਦਾ ਸ਼ਿਕਾਰ ਹੋਣ ਵਾਲਾ ਇਹ ਪਹਿਲਾ ਨੌਜਵਾਨ ਸ਼ਹੀਦ ਹੈ। ਉਸ ਦੀ ਸ਼ਹੀਦੀ ਨੂੰ ਸਲਾਮ ਕੀਤਾ ਗਿਆ ਤੇ ਅਹਿਦ ਲਿਆ ਗਿਆ ਕਿ ਜਦੋਂ ਤੱਕ ਇਹ ਸੰਘਰਸ਼ ਜਿੱਤਿਆ ਨਹੀਂ ਜਾਂਦਾ ਉਦੋਂ ਤੱਕ ਨੌਜਵਾਨ ਨੇ ਜਿਹੜੇ ਪੰਜਾਬ ਤੇ ਹਰਿਆਣਾ ਦੇ ਉਹ ਵਾਪਸ ਨਹੀਂ ਮੁੜਨਗੇ। ਇਹ ਜਿਹੜਾ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਜਿਹੜਾ ਨਾ ਬਹੁਤ ਸਾਰੀਆਂ ਜਿਹੜੀਆਂ ਹਾਲਾਤ ਸੀ ਉਹ ਜਿਹੜੇ ਸੀ ਉਹ ਨੈਗੇਟਿਵਿਟੀ ਵੱਲ ਵੱਧ ਗਏ ਸੀਗੇ। ਨੌਜਵਾਨਾਂ ਦੇ ਬਹੁਤ ਸਾਰੇ ਗਿਲੇ ਸੀ ਲੀਡਰਸ਼ਿਪ ਦੇ ਖਿਲਾਫ ਔਰ ਉਹ ਇਸ ਕਰਕੇ ਨਾਰਾਜ਼ਗੀ ਔਰ ਨਿਰਾਸ਼ਾ ਸੀ ਜਿਹੜੀ। ਮੈਨੂੰ ਲੱਗਦਾ ਕਿ ਅਸੀਂ ਬਹੁਤ ਕੁਝ ਹਾਸਲ ਕਰ ਲਵਾਂਗੇ ਇਸ ਮਾਰਚ ਦੇ ਵਿੱਚ, ਕਿਉਂਕਿ ਅਜੇ ਹਲੇ ਸਾਡਾ ਸਫ਼ਰ ਮੁੱਕਿਆ ਨਹੀਂ, ਲੰਬਾ ਹੈ। ਸਾਨੂੰ ਪਤਾ ਹੈ ਸਾਡੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਅਸੀਂ ਇਮਾਨਦਾਰੀ ਨਾਲ ਕਰਾਂਗੇ, ਉਹਨੂੰ ਬੂਰ ਪਏਗਾ, ਕਿਉਂਕਿ ਅਸੀਂ ਕੋਈ ਸਾਡਾ ਸਵਾਰਥ ਨਹੀਂ ਹੈਗਾ। ਸਾਡਾ ਸਵਾਰਥ ਸਿਰਫ ਇੰਨਾ ਹੈ ਕਿ ਅਸੀਂ ਇਸ ਸੰਘਰਸ਼ ਨੂੰ ਜਿੱਤਣਾ ਚਾਹੁੰਦੇ, ਕਿਉਂਕਿ ਇਸ ਦੇ ਵਿੱਚ ਬਹੁਤ ਵੱਡੀਆਂ ਸ਼ਹਾਦਤਾਂ ਹੋਈਆਂ, 300 ਤੋਂ ਵੱਧ ਸ਼ਹਾਦਤਾਂ ਜਾਨਾਂ ਗਈਆਂ ਨੇ ਤੇ 4 ਮਹੀਨੇ ਬਹਿ ਕੇ ਕਿੱਥੇ ਤਪ ਕੀਤਾ ਹੈ ਲੋਕਾਂ ਨੇ, ਜਿੰਨਾ ਹਾਲਾਤਾਂ ਵਿੱਚ ਹੋ ਰਹੇ ਨੇ। ਸਾਡੀ ਬਹੁਤ ਵੱਡੇ ਐਫਰਟਸ ਲੱਗੇ ਨੇ। ਅਸੀਂ ਉਹ ਮਾਣ ਕਿਵੇਂ ਬਚਾਉਣਾ ਹੈ, ਲੋਕਾਂ ਦੇ ਵਿੱਚ ਸਾਡੀ ਜਿਹੜੀ ਸਾਖ ਬਣੀ ਹੈ ਉਸ ਨੂੰ ਕਿਵੇਂ ਬਚਾਉਣਾ ਹੈ, ਇਹ ਸਾਡੀਆਂ ਜ਼ਿੰਮੇਵਾਰੀਆਂ ਵਧੀਆਂ ਨੇ। ਇਸ ਲਈ ਸਾਨੂੰ ਜ਼ਿਆਦਾ ਜੀ ਜਾਨ ਨਾਲ ਇਸ ਸੰਘਰਸ਼ ਵਿੱਚ ਲੱਗਣਾ ਪੈਣਾ। ਸਾਡੇ ਘਰ 'ਚੋਂ ਘਟਨਾ ਵਾਪਰੀ ਹੁੰਦੀ ਹੈ ਨਾ, ਔਰ ਉਸ ਤੋਂ ਬਾਅਦ ਅਸੀਂ ਜਾਣੀ ਮਹਾਰਾਜ ਦਾ ਓਟ ਆਸਰਾ ਲੈ ਕੇ ਚੜ੍ਹਦੀ ਕਲਾ ਦਾ ਪ੍ਰਤੀਕ, ਇਹ ਆ ਚੜ੍ਹਦੀ ਕਲਾ ਦਾ ਪ੍ਰਤੀਕ। ਅਸੀਂ ਬੋਲਦੇ ਹਰ ਰੋਜ਼ ਹੈ, ਸਾਨੂੰ ਕੋਈ ਆਮ ਸੁਭਾਵਕ ਵੀ ਜ਼ਿੰਦਗੀ 'ਚ ਪੁੱਛ ਲੈਂਦਾ ਵੀ ਕਿਵੇਂ ਆ ਬਾਈ। ਅਸੀਂ ਕਈ ਵਾਰੀ ਅੰਦਰੋਂ ਟੁੱਟੇ ਹੋਏ ਹੁੰਦੇ ਪਰ ਫਿਰ ਵੀ ਕਹਿ ਦਿੰਦੇ ਝੂਠਾ ਮੂਠਾ ਜਿਹਾ ਬਾਈ ਚੜ੍ਹਦੀ ਕਲਾ 'ਚ ਹੈ। ਪਰ ਆਹ ਚੜ੍ਹਦੀ ਕਲਾ ਹੈ ਕਿ ਪੋਤਾ ਗਿਆ ਫੁਲਵਾੜੀ ਦਾ, ਉਹ ਖੂਬਸੂਰਤ ਫੁੱਲ ਗਿਆ ਛੋਟੀ ਉਮਰੇ, ਕਿ ਸਮਾਜ ਦੇ ਜਦੋਂ ਲੈਵਲ ਤੇ ਦੇਖਦੇ ਹਾਂ ਤਾਂ ਲੱਗਦਾ ਹੁੰਦਾ ਕਿ ਗੱਲ ਸਾਨੂੰ ਮਨਜ਼ੂਰ ਨਹੀਂ ਹੈ, ਕਿ ਹਜੇ ਨਹੀਂ ਜਾਣਾ ਚਾਹੀਦਾ ਸੀ। ਪਰ ਨਵਰੀਤ ਦੇ ਜਾਣ ਦੇ ਬਾਵਜੂਦ ਵੀ ਕਿਵੇਂ ਅੱਜ ਜਾਣੀ ਇੰਨੀ ਵੱਡੀ ਉਮਰ ਹੋਣ ਦੇ ਬਾਵਜੂਦ ਵੀ ਜਾਣੀ ਇੱਕ ਮੈਨੂੰ ਲੱਗਦਾ ਕਿ ਅਗਵਾਕਾਰ ਇੱਦਾਂ ਦੇ ਹੋਣੇ ਚਾਹੀਦੇ ਸਾਡੇ, ਹੈ ਨਾ। ਅਤੇ ਅੱਜ ਜਿੰਨਾ ਸੋਹਣਾ ਉਹਨਾਂ ਨੇ ਆਪਣੇ ਮਾਈਕ 'ਤੇ ਬੋਲੇ ਆ ਉਹ, ਔਰ ਜਿੰਨੀ ਚੜ੍ਹਦੀ ਕਲਾ 'ਚ ਬੋਲੇ ਆ ਕਿ ਅੱਜ ਵੀ ਕੋਸ਼ਿਸ਼ ਹੈ ਕਿ ਮੈਂ ਇਕੱਲੇ ਨੌਜਵਾਨ 'ਚੋਂ ਨਵਰੀਤ ਨੂੰ ਦੇਖ ਰਿਹਾ, ਔਰ ਅਸੀਂ ਮੋਰਚਾ ਫਤਿਹ ਕਰੀਏ। ਇਹਦੇ ਲਈ ਅਸੀਂ ਕੀ ਐਫਰਟ ਕਰ ਸਕਦੇ ਹਾਂ। ਜਿੱਦਾਂ ਅੱਜ ਕਹਿੰਦੇ ਸੀ ਕਿ ਜਦੋਂ ਮੈਂ ਨਵਰੀਤ ਹੋਰਾਂ ਦੀ ਬਾਡੀ ਨੂੰ ਲੈ ਕੇ ਪੰਜਾਬ ਪਹੁੰਚਿਆ ਤਾਂ ਉਹ ਸਫ਼ਰ ਕਹਿੰਦੇ ਬਹੁਤ ਲੰਬਾ ਸੀ, ਪਰ ਉਹ ਸਫ਼ਰ ਦੇ ਵਿੱਚ ਮੈਂ ਆਪਣੇ ਆਪ ਨਾਲ ਲੜਿਆ, ਆਪਣੇ ਆਪ ਨਾਲ ਗੱਲਾਂ ਕੀਤੀਆਂ ਜਿਹੜੀਆਂ। ਤਾਂ ਮੈਨੂੰ ਲੱਗਦਾ ਕਿ ਜਿਹੜੇ ਵੀ ਸੱਜਣ ਪੁਰਸ਼ ਇਹਨਾਂ ਦੇ ਨਾਲ ਇਸ ਮਾਰਚ ਦੇ ਵਿੱਚ ਜਾ ਰਹੇ ਆ, ਮੈਨੂੰ ਲੱਗਦਾ ਕਿ ਦਿੱਲੀ ਤੱਕ ਜਾਂਦਿਆਂ ਜਾਣੀ ਸੁਭਾਅ ਬਦਲਣ ਵਾਲੀ ਗੱਲ ਹੈ, ਜਾਣੀ ਆਪਦੀ ਜ਼ਿੰਦਗੀ ਦਾ ਟਾਰਗੇਟ ਬਦਲਣ ਵਾਲੀ ਗੱਲ ਹੀ ਹੈ ਕਿ ਬਹੁਤ ਕੁਝ ਸਿੱਖਣ ਨੂੰ ਮਿਲੂਗਾ। ਕਿ ਜੇ ਇਸ ਤਰ੍ਹਾਂ ਦੇ 70 ਸਾਲਾਂ ਦੇ ਬਜ਼ੁਰਗ ਜਿਨ੍ਹਾਂ ਦਾ ਹਜੇ ਕੁਛ ਦਿਨ ਹੋਏ ਆ ਪੋਤਾ ਗਿਆ ਨੂੰ, ਫਿਰ ਵੀ ਅੱਜ ਰਨ ਦੇ ਵਿੱਚ ਮੈਦਾਨ ਦੇ ਵਿੱਚ ਇੱਦਾਂ ਚੜ੍ਹਦੀ ਕਲਾ ਨਾਲ ਖੜੇ ਆ ਤੇ ਸਾਰਿਆਂ ਨੂੰ ਜੋੜਨ ਦੀਆਂ ਗੱਲਾਂ ਕਰ ਰਹੇ ਆ। 26 ਮਾਰਚ ਨੂੰ ਭਾਰਤ ਪੂਰਾ ਦਿਨ ਬੰਦ ਰਹੇਗਾ, ਪੂਰੇ 12 ਘੰਟੇ ਬੰਦ ਰਹੇਗਾ, ਸਵੇਰੇ 6 ਵਜੇ ਤੋਂ ਸ਼ਾਮ ਨੂੰ 6 ਵਜੇ ਤੱਕ। ਹਾਲਾਂਕਿ ਇਸ ਦੌਰਾਨ ਸੜਕਾਂ ਨੂੰ ਜਾਮ ਨਹੀਂ ਕੀਤਾ ਜਾਏਗਾ, ਇਹ ਕਿਸਾਨ ਲੀਡਰ ਰੁਲਦੂ ਸਿੰਘ ਨੇ ਐਲਾਨ ਕੀਤਾ ਹੈ। ਆਵਾਜਾਈ 'ਚ ਕਿਸੇ ਤਰ੍ਹਾਂ ਦਾ ਵਿਘਨ ਨਹੀਂ ਪਏਗਾ, ਪਰ ਭਾਰਤ ਪੂਰਾ ਬੰਦ ਰਹੇਗਾ। ਸਾਰੇ ਬਾਜ਼ਾਰ, ਦੁਕਾਨਾਂ, ਅਦਾਰੇ ਸਭ ਕੁਝ ਬੰਦ ਰਹੇਗਾ। ਫੈਕਟਰੀਆਂ ਤੇ ਕੰਪਨੀਆਂ ਨੂੰ ਵੀ ਬੰਦ ਨਾ ਕਰਵਾਉਣ ਦਾ ਜਿਹੜਾ ਫੈਸਲਾ ਲਿਆ ਗਿਆ ਹੈ ਕਿਸਾਨਾਂ ਦੇ ਵੱਲੋਂ। ਪੈਟਰੋਲ ਪੰਪ, ਪਰਚੂਨ ਦੀਆਂ ਦੁਕਾਨਾਂ, ਮੈਡੀਕਲ ਸਟੋਰ, ਜਨਰਲ ਸਟੋਰ ਤੇ ਕਿਤਾਬਾਂ ਦੀਆਂ ਦੁਕਾਨਾਂ ਜਿਹੜੀਆਂ ਇਹਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਕਿਸਾਨਾਂ ਨੇ ਦਿੱਤੀ ਹੈ। ਤੇ 26 ਮਾਰਚ ਨੂੰ ਅੰਦੋਲਨਕਾਰੀ ਕਿਸਾਨਾਂ ਦਾ ਜਿਹੜਾ ਹੈ 120ਵਾਂ ਦਿਨ ਹੈ।
26 ਨਵੰਬਰ ਨੂੰ ਕਿਸਾਨ ਉੱਥੇ ਪਹੁੰਚੇ ਸੀ। ਉਸ ਤੋਂ ਬਾਅਦ ਦਸੰਬਰ ਲੰਘ ਗਿਆ, ਜਨਵਰੀ, ਫਰਵਰੀ ਤੇ ਮਾਰਚ, ਪੂਰੇ 4 ਮਹੀਨੇ ਹੋ ਜਾਣਗੇ। 4 ਮਹੀਨੇ ਪੂਰੇ ਹੋਣ ਤੇ ਕਿਸਾਨਾਂ ਦੇ ਵੱਲੋਂ ਭਾਰਤ ਬੰਦ ਦਾ ਐਲਾਨ ਹੈ ਜਿਹੜਾ ਕੀਤਾ ਗਿਆ ਹੈ ਤੇ ਨਵੇਂ ਖੇਤੀ ਕਾਨੂੰਨਾਂ ਸਮੇਤ ਸਰਕਾਰ ਦੇ ਪੁਤਲੇ ਵੀ ਕਿਸਾਨਾਂ ਦੇ ਵੱਲੋਂ ਸਾੜੇ ਜਾਣਗੇ। ਇਸ ਤੋਂ ਪਹਿਲਾਂ ਜਿਹੜਾ ਭਾਰਤ ਬੰਦ ਬੁਲਾਇਆ ਗਿਆ ਸੀ ਉਹ ਕੁਝ ਘੰਟਿਆਂ ਦਾ ਸੀਗਾ, ਜਨਜੀਵਨ ਜ਼ਿਆਦਾ ਪ੍ਰਭਾਵਿਤ ਨਹੀਂ ਹੋਇਆ ਸੀ। ਪਰ ਜਿਹੜਾ 12 ਘੰਟਿਆਂ ਦਾ ਬੰਦ ਹੈ ਇਸ ਦੇ ਵਿੱਚ ਜਨਜੀਵਨ ਜ਼ਾਹਿਰ ਤੌਰ ਤੇ ਪ੍ਰਭਾਵਿਤ ਹੋਵੇਗਾ ਤੇ ਕਿਸਾਨਾਂ ਨੇ ਵੀ, ਕਿਸਾਨ ਲੀਡਰਾਂ ਨੇ ਤੁਹਾਨੂੰ ਸਭ ਨੂੰ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਭਾਰਤ ਬੰਦ ਦੇ ਵਿੱਚ ਆਪੋ ਆਪਣਾ ਸਮਰਥਨ ਜ਼ਰੂਰ ਦਿਓ, ਘਰਾਂ ਤੋਂ ਬਾਹਰ ਨਾ ਨਿਕਲਿਓ, ਜਿਹੜਾ ਭਾਰਤ ਬੰਦ ਹੈ ਉਸ ਨੂੰ ਮੁਕੰਮਲ ਤੌਰ ਤੇ ਸਫਲ ਬਣਾਇਓ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵੀ ਪੂਰੀ ਤਿਆਰੀ ਕਸੀ ਹੋਈ ਹੈ। ਭਾਰਤ ਬੰਦ ਦੀ ਜਥੇਬੰਦੀ ਦੇ ਸਾਰੇ ਵਰਕਰਾਂ ਦੀਆਂ ਜ਼ਿਲ੍ਹਾ ਪੱਧਰ ਤੇ ਡਿਊਟੀਆਂ ਲਾ ਦਿੱਤੀਆਂ ਗਈਆਂ ਨੇ। ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 11 ਜ਼ਿਲ੍ਹਿਆਂ ਦੇ ਵਿੱਚ 151 ਥਾਵਾਂ ਤੇ ਭਾਰਤ ਬੰਦ ਨੂੰ ਸਫਲ ਬਣਾਇਆ ਜਾਵੇਗਾ। 26 ਥਾਵਾਂ ਤੇ ਰੇਲ ਮਾਰਗ ਜਾਮ ਕੀਤੇ ਜਾਣਗੇ, ਸੜਕਾਂ ਜਾਮ ਕੀਤੀਆਂ ਜਾਣਗੀਆਂ। ਭਾਰਤ ਬੰਦ ਵਿੱਚ ਸਹਿਯੋਗ ਦੇਣ ਦੇ ਲਈ ਲੱਖਾਂ ਲੋਕਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ। ਪੰਧੇਰ ਨੇ ਦੁਕਾਨਦਾਰਾਂ, ਕਿਸਾਨਾਂ, ਮਜ਼ਦੂਰਾਂ, ਰੇਹੜੀ ਵਾਲਿਆਂ ਨੂੰ, ਸਾਰੇ ਕਾਰੋਬਾਰੀਆਂ, ਟਰਾਂਸਪੋਰਟਰਾਂ ਨੂੰ ਇਸ ਭਾਰਤ ਬੰਦ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਤੇ ਨਾਲ ਹੀ ਇਸ ਜਥੇਬੰਦੀ ਦੇ ਵੱਲੋਂ ਪੰਧੇਰ ਦੀ ਅਗਵਾਈ ਦੇ ਵਿੱਚ ਅੰਮ੍ਰਿਤਸਰ ਦੇ ਬਾਜ਼ਾਰਾਂ ਦੇ ਵਿੱਚ ਮਾਰਚ ਵੀ ਕੱਢਿਆ ਗਿਆ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਭਾਰਤ ਬੰਦ ਦੇ ਵਿੱਚ ਸਾਥ ਜ਼ਰੂਰ ਦਿਓ। 11 ਜ਼ਿਲ੍ਹਿਆਂ ਦੇ ਵਿੱਚ 151 ਥਾਵਾਂ ਤੇ ਆਪਾਂ ਜਿਹੜੇ ਆ ਵੱਡੇ ਬੰਦ ਸਫਲ ਬਣਾਵਾਂਗੇ। ਉਹਦੇ ਵਿੱਚੋਂ 26 ਥਾਵਾਂ ਤੇ ਰੇਲ ਜਾਮ ਹੋਊਗੀ ਤੇ ਬਾਕੀ ਸੜਕਾਂ ਜਿਹੜੀਆਂ ਆਪਾਂ ਜਾਮ ਕਰਾਂਗੇ ਤੇ ਇਹ ਦਿਨੋਂ ਵੱਧ ਸਕਦੇ ਆ ਤੇ ਇਹਦੇ ਵਿੱਚ ਲੱਖਾਂ ਲੋਕਾਂ ਦੀ ਸ਼ਮੂਲੀਅਤ ਜਿਹੜੀ ਕਰਾਈ ਜਾਊਗੀ। ਮੈਂ ਦੁਕਾਨਦਾਰਾਂ, ਕਿਸਾਨਾਂ, ਮਜ਼ਦੂਰਾਂ, ਰੇਹੜੀ ਫੜੀ ਵਾਲਿਆਂ, ਸਾਰੇ ਕਾਰੋਬਾਰੀਆਂ ਨੂੰ, ਟਰਾਂਸਪੋਰਟਰਾਂ ਨੂੰ, ਸਾਰਿਆਂ ਨੂੰ ਬੇਨਤੀ ਕਰਦਾ ਵੀ ਉਹ ਇਹ ਸਾਡੇ ਸਾਰੇ ਪ੍ਰੋਗਰਾਮ ਦੇ ਵਿੱਚ ਸਹਿਯੋਗ ਕਰਨ। ਬਕਾਇਦਾ ਉਹਨਾਂ ਦੀਆਂ ਜਥੇਬੰਦੀਆਂ ਹਿੱਸਾ ਲੈ ਰਹੀਆਂ ਵਾ ਤਾਂ ਜੋ ਇਹ ਮੋਦੀ ਸਰਕਾਰ ਦੀਆਂ ਇੱਕ ਵਾਰੀ ਜੜ੍ਹਾਂ ਹਿਲਾਉਣ ਵਾਲਾ ਅਸੀਂ ਜਿਹੜਾ ਭਾਰਤ ਬੰਦ ਕਰੀਏ। ਇਹਦੇ ਵਿੱਚ ਦੇਸ਼ ਪੱਧਰ ਤੇ ਕਰੋੜਾਂ ਲੋਕਾਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਆ। ਜਿਹੜੀ ਮੋਦੀ ਸਰਕਾਰ ਨੇ FCI ਨੂੰ ਖਤਮ ਕਰਨ ਦਾ ਫੈਸਲਾ ਕਰ ਲਿਆ, FCI ਦੇ ਨਾਂ ਤੇ ਜਿਹੜੀਆਂ ਸ਼ਰਤਾਂ ਮੜੀਆਂ ਜਾ ਰਹੀਆਂ, ਇਹ 2001-2014 ਵਿੱਚ ਸ਼ਾਂਤਾ ਕੁਮਾਰ ਕਮੇਟੀ ਦੀ ਰਿਪੋਰਟ ਅਰੇ ਇਹ ਜਿਹੜੀਆਂ ਨਿੱਜੀਕਰਨ ਦੀਆਂ, ਗਲੋਬਲਾਈਜੇਸ਼ਨ ਦੀਆਂ, ਜਿਹੜੀਆਂ ਵਿਸ਼ਵ ਭਾਰ ਸੰਸਥਾ ਦੀਆਂ, WHO ਦੀਆਂ ਨੀਤੀਆਂ ਤਹਿਤ ਸਾਰਾ ਕੁਝ ਹੋ ਰਿਹਾ, ਬਿਲਕੁਲ ਸਰਕਾਰ ਦੀ ਨੀਤੀ ਪੰਜਾਬ ਵਿੱਚ ਲਾਗੂ ਨਹੀਂ ਹੋਣ ਦਿਆਂਗੇ। ਕਰੋਨਾ ਦੀ ਆੜ ਦੇ ਵਿੱਚ ਜੋ ਕੁਝ ਕੀਤਾ ਜਾ ਰਿਹਾ ਵਾ ਇਹ ਸਫਲ ਨਹੀਂ ਹੋਣ ਦਿਆਂਗੇ। ਪੰਜਾਬ ਜਿਹੜੀ ਆ ਉਹ ਇਸ ਅੰਦੋਲਨ ਦੀ ਜਨਮਦਾਤੀ ਧਰਤੀ ਆ ਤੇ ਇਸ ਅੰਦੋਲਨ ਨੂੰ ਤਾਰ ਪੀਟੋ ਕਿਸੇ ਨੂੰ ਵੀ ਨਹੀਂ ਕਰਨ ਦਿਆਂਗੇ। ਇਸ ਕਰਕੇ ਆਉਣ ਵਾਲੇ ਦਿਨਾਂ 'ਚ ਹੋਰ ਅੰਦੋਲਨ ਤੇਜ਼ ਹੋਊਗਾ ਤੇ ਭਾਰਤ ਬੰਦ ਨੂੰ ਪੂਰੀ ਤਰ੍ਹਾਂ ਸਫਲ ਕਰਕੇ ਜਦੋਂ ਤੱਕ ਮੋਦੀ ਸਰਕਾਰ ਇਹ ਖੇਤੀ ਦੇ 3 ਕਾਨੂੰਨ ਵਾਪਸ ਨਹੀਂ ਲੈਂਦੀ ਤੇ ਇਹ ਤੋਂ ਸਾਰੀਆਂ ਫਸਲਾਂ ਦੀ MSP ਦਾ ਕਾਨੂੰਨ ਨਹੀਂ ਲਿਆਉਂਦੀ, ਬਿਜਲੀ ਸੋਧ ਬਿੱਲ ਰੱਦ ਨਹੀਂ ਕਰਦੀ, ਪੋਲੂਸ਼ਨ ਵਾਲਾ ਰੱਦ ਨਹੀਂ ਕਰਦੀ, ਇਹ ਤੋਂ ਸਾਰੇ ਜਿਹੜੇ ਪਰਚੇ ਕੀਤੇ ਆ ਉਹ ਰੱਦ ਨਹੀਂ ਕਰਦੀ, ਅੰਦੋਲਨ ਤੇਜ਼ ਤੋਂ ਤੇਜ਼ ਕਰਾਂਗੇ। ਕੱਲ੍ਹ ਵਾਲਾ ਅੰਦੋਲਨ ਲਾ ਮਿਸਾਲ ਅੰਦੋਲਨ ਹੋਊਗਾ। ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ ਦੇ ਵਿੱਚ ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਦਾਅਵਾ ਕੀਤਾ ਕਿ ਭਾਰਤ ਬੰਦ ਨੂੰ ਸਾਰੇ ਦੇਸ਼ ਦੇ ਵਿੱਚੋਂ ਹਮਾਇਤ ਮਿਲ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਇਕੱਲੇ ਕਿਸਾਨਾਂ ਦਾ ਭਾਰਤ ਬੰਦ ਹੁੰਦਾ ਸੀ ਪਰ ਹੁਣ ਜਿਹੜਾ ਇਹ ਬੰਦ ਹੈ ਇਸ ਦੇ ਵਿੱਚ ਟ੍ਰੇਡ ਯੂਨੀਅਨਾਂ ਵੀ ਸ਼ਾਮਿਲ ਹੋ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਜਿਹੜੀ ਰੇਲ ਆਵਾਜਾਈ ਹੈ ਉਹ ਬੰਦ ਰਹੇਗੀ। ਪਹਿਲਾਂ ਨਾਲੋਂ ਵੱਖਰਾ ਭਾਰਤ ਬੰਦ ਇਸ ਕਰਕੇ ਹੋਏਗਾ ਕਿਉਂਕਿ ਸਾਰੀਆਂ ਜਥੇਬੰਦੀਆਂ ਇਸ ਦੇ ਵਿੱਚ ਸ਼ਾਮਲ ਨੇ। ਰੁਲਦੂ ਸਿੰਘ ਨੇ ਦਾਅਵਾ ਕੀਤਾ ਹੈ ਕਿ ਜਿਵੇਂ ਖਟਕੜ ਕਰਾਂ ਦੀ ਰੈਲੀ ਨੂੰ ਬਹੁਤ ਹੀ ਵੱਡਾ ਸਮਰਥਨ ਮਿਲਿਆ, ਉਵੇਂ ਭਾਰਤ ਬੰਦ ਨੂੰ ਵੀ ਲੋਕਾਂ ਦਾ ਪੂਰਾ ਸਮਰਥਨ ਮਿਲੇਗਾ। ਪਹਿਲਾਂ ਅਸੀਂ ਇਕੱਲੇ ਕਿਸਾਨ ਜਥੇਬੰਦੀਆਂ ਵੱਲੋਂ ਪ੍ਰੋਗਰਾਮ ਦੇ ਦਿੰਦੇ ਵੀ ਭਾਰਤ ਬੰਦ ਹੈ, ਵੀ ਬਾਹਲਾ ਸੰਜੋਗੀ ਜਿਹੋ ਟ੍ਰੇਡ ਜਥੇਬੰਦੀਆਂ ਦਾ ਉਹਨਾਂ ਨਾਲ ਕਦੇ ਮੀਟਿੰਗਾਂ ਨਹੀਂ ਬਾਹਲੀਆਂ ਹੋਈਆਂ ਤੀਆਂ। ਉਹ ਬੰਦ ਹੁੰਦਾ ਵੀ ਉਹਨੂੰ ਮੈਂ ਕੀ ਕਹਾਂ ਵੀ ਥੋੜ੍ਹਾ ਜਿਹਾ ਜ਼ਬਰੀ ਬੰਦ ਕਰਾਉਣਾ। ਕੱਲ੍ਹ ਨੂੰ ਜਿਹੜਾ ਬੰਦ ਹੋਣਾ ਸਹਿਮਤੀ ਨਾਲ ਬੰਦ ਹੋਣਾ ਹੈ। ਕਿ ਸਰਕਾਰ ਨੇ ਬਿਮਾਰੀ ਲਿਆਂਦੀ ਆ ਪਿਛਲੇ ਸਾਲ ਦੀ, ਮੇਰਾ ਅੰਦਾਜ਼ਾ ਉਦੋਂ ਦਾ ਹੈ ਵੀ ਇਹ ਬਿਮਾਰੀ ਨਹੀਂ, ਕਿਉਂ ਜਿੱਦਾਂ ਦੀ ਦੁਨੀਆ ਪੈਦਾ ਹੋਈ ਆ ਮੇਰੀ ਸਮਝ ਮੁਤਾਬਕ 2 ਮਦਵਾੜੇ ਆਏ ਨੇ ਪਹਿਲਾਂ ਤੇ 2 ਮਦਵਾੜਿਆਂ 'ਚ ਸੰਸਾਰ ਜੰਗ ਲੱਗੀ ਹੈ। ਦੁਨੀਆ ਦੇ ਪੂੰਜੀਵਾਦ ਨੇ, ਸਾਮਰਾਜਵਾਦ ਨੇ, ਸੱਤਾ ਲੋਕਾਂ ਨੇ ਉਹਨਾਂ ਨੂੰ ਇਹ ਕਹਿਤਾ ਵੀ ਇੱਕ ਇਹੋ ਜਿਹਾ ਵਹਿਮ ਫੈਲਾ ਦਿਓ ਲੋਕਾਂ ਦੇ ਵਿੱਚ ਵੀ ਬਿਮਾਰੀ ਆ ਗਈ। ਦੇਖੋ ਮੇਰੇ ਨਾਲੋਂ ਵੱਧ ਪੜ੍ਹੇ ਲਿਖੇ ਬੈਠੇ ਹੋ ਪ੍ਰੈਸ ਵਾਲਿਓ,
ਜ਼ੁਕਾਮ ਸਾਨੂੰ ਕਿੱਦੇ ਨਹੀਂ ਹੋਇਆ, ਖੰਘ ਸਾਨੂੰ ਕਿੱਦੇ ਨਹੀਂ ਹੋਈ। ਆਪਾਂ ਇੰਨੇ ਬੈਠੇ, ਮੈਂ ਕਹਿੰਦਾ ਹੁਣੀ ਸੱਦ ਲਓ, ਆਪਣੇ ਵੀ ਟੈਸਟ ਕਰਾ ਲਓ, ਤੀਜੇ ਸਦੇ ਹੁਣ ਨਿਕਲ ਆਉਣਗੇ। ਤੇ ਫਿਰ ਮੋਦੀ ਸਾਹਿਬ ਨੇ ਤਾੜੀਆਂ ਵਜਾਤੀਆਂ ਤੇ ਥਾਲੀਆਂ ਖੜਕਾਤੀਆਂ, ਕੋਈ ਉਦੋਂ ਦਵਾਈ ਦਾ ਇੰਤਜ਼ਾਮ ਨਹੀਂ ਹੋਇਆ, ਫਿਰ ਕਰੋਨਾ ਭੱਗ ਗਿਆ ਜੀ। ਮੈਨੂੰ ਤਾਂ ਇਹ ਲੱਗਦਾ ਵੀ ਕਰੋਨਾ ਨੂੰ ਛੁੱਟੀ ਕੱਟ ਕੇ ਆ ਗਿਆ, ਲੱਗਦਾ ਵੀ ਦੁਬਾਰੇ ਆ ਗਿਆ ਮੇਰੇ ਹਿਸਾਬ ਮੁਤਾਬਕ। ਕੈਪਟਨ ਨੂੰ ਮੈਂ ਪੁੱਛਦਾ ਵੀ ਭਾਈ ਸਕੂਲ ਤਾਂ ਬੰਦ ਕਰਤੇ, ਠੇਕੇ ਨਹੀਂ ਬੰਦ ਕਰੇ। ਐਸਜੀਪੀਸੀ ਨੇ ਵੀ ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕੀਤਾ ਹੈ। ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਵੱਲੋਂ ਭਾਰਤ ਬੰਦ ਦੇ ਸੱਦੇ ਦੀ ਕਮੇਟੀ ਹਮਾਇਤ ਕਰਦੀ ਹੈ ਤੇ ਮੁੱਖ ਦਫ਼ਤਰ ਸਮੇਤ ਸਾਰੇ ਜਿਹੜੇ ਐਸਜੀਪੀਸੀ ਦੇ ਅਦਾਰੇ ਨੇ ਉਹ ਬੰਦ ਰੱਖੇ ਜਾਣਗੇ, ਦਫ਼ਤਰ ਬੰਦ ਰੱਖੇ ਜਾਣਗੇ। ਇਸ ਦੇ ਨਾਲ ਹੀ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਸੰਬੰਧੀ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਦਿੱਲੀ ਤੇ ਦਿੱਲੀ ਤੋਂ ਅਨੰਦਪੁਰ ਸਾਹਿਬ ਤੱਕ ਨਗਰ ਕੀਰਤਨ ਜਿਹੜਾ ਚੱਲ ਰਿਹਾ ਹੈ ਉਹ ਵੀ ਕੱਲ ਨੂੰ ਵਿਸ਼ਰਾਮ ਕਰੇਗਾ। ਕੱਲ ਨੂੰ ਨਗਰ ਕੀਰਤਨ ਵੀ ਨਹੀਂ ਚੱਲੇਗਾ ਤੇ ਉਸ ਤੋਂ ਬਾਅਦ ਫਿਰ 27 ਮਾਰਚ ਨੂੰ ਨਗਰ ਕੀਰਤਨ ਹੈ ਜਿਹੜਾ ਉਹ ਕੰਟੀਨਿਊ ਕਰੇਗਾ। ਕਿਸਾਨ ਲੀਡਰ ਡਾਕਟਰ ਦਰਸ਼ਨਪਾਲ ਨੇ ਦੱਸਿਆ ਕਿ ਹਰ ਸੂਬੇ ਦੀਆਂ ਮੁੱਖ ਟ੍ਰੇਡ ਯੂਨੀਅਨਾਂ ਅਤੇ ਸਥਾਨਕ ਜਥੇਬੰਦੀਆਂ ਨੇ ਵੀ ਬੰਦ ਦਾ ਸਮਰਥਨ ਕੀਤਾ ਹੈ। ਦੇਸ਼ ਦੀਆਂ ਵੱਡੀਆਂ 10 ਟ੍ਰੇਡ ਯੂਨੀਅਨਾਂ ਤੇ ਹੋਰ ਵੱਡੀਆਂ ਐਸੋਸੀਏਸ਼ਨਾਂ, ਬੈਂਕ, ਡਾਕਟਰਾਂ, ਵਕੀਲਾਂ, ਤਕਨੀਕੀ ਖੇਤਰ ਦੇ ਲੋਕ, ਮਜ਼ਦੂਰ, ਕਾਰੋਬਾਰੀ ਸੰਸਥਾਵਾਂ, ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਦੀਆਂ ਯੂਨੀਅਨਾਂ, ਵਿਦਿਆਰਥੀ ਤੇ ਮਹਿਲਾ ਜਥੇਬੰਦੀਆਂ ਦੇ ਵੀ ਸਮਰਥਨ ਦੇ ਵਿੱਚ ਬਿਆਨ ਆ ਚੁੱਕੇ ਨੇ। ਇਸ ਦੇ ਨਾਲ ਹੀ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨ IFTU ਨੇ ਵੀ ਬੰਦ ਦਾ ਜਿਹੜਾ ਸਮਰਥਨ ਕੀਤਾ ਹੈ। ਕੁਲਵਿੰਦਰ ਸਿੰਘ ਵੜੈਚ ਜਿਹੜੇ ਕਿ ਪੰਜਾਬ ਸੂਬਾ ਪ੍ਰਧਾਨ ਹੈਗੇ ਨੇ, ਉਹਨਾਂ ਨੇ ਕਿਹਾ ਕਿ ਭੱਠਾ ਵਰਕਰਸ ਯੂਨੀਅਨ, ਰੇੜੀ ਵਰਕਰਸ ਯੂਨੀਅਨ, ਪ੍ਰਵਾਸੀ ਮਜ਼ਦੂਰ ਯੂਨੀਅਨ, ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਵੀ ਇਸ ਬੰਦ ਦੇ ਵਿੱਚ ਸ਼ਾਮਿਲ ਹੋਣਗੀਆਂ। ਕਿਸਾਨਾਂ ਦਾ ਦਾਅਵਾ ਹੈ ਕਿ 26 ਮਾਰਚ ਦਾ ਭਾਰਤ ਬੰਦ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗਾ, ਪਰ ਇਹ 26 ਮਾਰਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਮੋਦੀ ਸਰਕਾਰ ਦੇ ਕੰਨਾਂ ਤੇ ਜੂੰ ਸਰਕਦੀ ਹੈ ਜਾਂ ਫਿਰ ਨਹੀਂ। ਏਟਕ ਜਥੇਬੰਦੀ ਨੇ ਵੀ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕੀਤਾ ਹੈ। ਇਸ ਮੌਕੇ ਰੁਲਦੂ ਸਿੰਘ ਜਿਹੜੇ ਕਿ ਚੰਡੀਗੜ੍ਹ ਪਹੁੰਚੇ ਹੋਏ ਸੀ, ਉਹਨਾਂ ਨੇ ਕਰੋਨਾ ਤੇ ਵੀ ਆਪਣਾ ਬਿਆਨ ਦਿੱਤਾ। ਰੁਲਦੂ ਸਿੰਘ ਨੇ ਕਿਹਾ ਕਿ ਕਰੋਨਾ ਨੂੰ ਸਰਕਾਰਾਂ ਨੇ ਹਥਿਆਰ ਬਣਾ ਰੱਖਿਆ, ਹਥਿਆਰ ਬਣਾ ਕੇ ਉਹ ਵਰਤ ਰਹੀਆਂ ਨੇ। ਉਹ ਕਹਿੰਦੇ ਕਿ ਮੋਦੀ ਸਰਕਾਰ ਨੇ ਕਰੋਨਾ ਦੇ ਲਈ ਕੋਈ ਇੰਤਜ਼ਾਮ ਨਹੀਂ ਕੀਤਾ। ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਕਰੋਨਾ ਛੁੱਟੀ ਕੱਟ ਕੇ ਆਇਆ ਹੋਵੇ। ਬੰਦੇ ਪ੍ਰਦੂਸ਼ਣ ਨਾਲ ਜ਼ਿਆਦਾ ਮਰਨਗੇ, ਬਿਮਾਰੀ ਨਾਲ ਨਹੀਂ ਮਰਨਗੇ, ਪਰ ਸਰਕਾਰ ਬਿਮਾਰੀ ਨਾਲ ਮਰਨ ਦਾ ਬਹਾਨਾ ਲਾ ਦੇਵੇਗੀ, ਇਸ ਲਈ ਸਾਨੂੰ ਡਰਨ ਦੀ ਲੋੜ ਨਹੀਂ ਹੈ। ਤੇ ਨਾਲ ਹੀ ਉਹਨਾਂ ਕਿਹਾ ਕਿ ਆਪਣਾ ਜਿਹੜਾ ਤਰਕ ਦਿੱਤਾ ਹੈ, ਕਹਿੰਦੇ ਜ਼ੁਕਾਮ ਤੇ ਖੰਘ ਹਰ ਇੱਕ ਇਨਸਾਨ ਨੂੰ ਹੁੰਦਾ, ਜੰਮਦੇ ਬੱਚੇ ਨੂੰ ਵੀ ਹੁੰਦਾ ਹੈ, ਇਸ ਕਰਕੇ ਇਹ ਇੱਕ ਫਲੂ ਹੈ, ਨਵੀਂ ਬਿਮਾਰੀ ਚਾਹੀ ਆਈ ਹੈ, ਪਰ ਇਹ ਨਹੀਂ ਕਿ ਲੋਕ ਸਾਨੂੰ ਡਰਾ ਕੇ ਖੌਫ ਦੇ ਵਿੱਚ ਪਾ ਕੇ ਘਰਾਂ ਦੇ ਵਿੱਚ ਹੀ ਬਿਠਾ ਦੇਵੇ। ਇਸ ਮੌਕੇ ਰੁਲਦੂ ਸਿੰਘ ਨੇ ਪੰਜਾਬ ਦੀਆਂ ਪੰਚਾਇਤਾਂ ਤੇ ਹਰਿਆਣੇ ਦੀਆਂ ਖਾਪ ਪੰਚਾਇਤਾਂ ਦਾ ਵੀ ਕਿਸਾਨੀ ਅੰਦੋਲਨ ਦੇ ਵਿੱਚ ਸਮਰਥਨ ਕਰਨ ਦੇ ਲਈ ਧੰਨਵਾਦ ਕੀਤਾ ਹੈ। ਨਾਲ ਹੀ ਕਿਹਾ ਕਿ ਕਿਸਾਨਾਂ ਨੇ ਦਿੱਲੀ ਵਿੱਚ ਪਹਿਲਾਂ ਠੰਡ ਦਾ ਇੰਤਜ਼ਾਮ ਕੀਤਾ ਤੇ ਹੁਣ ਮੱਛਰਾਂ ਤੋਂ ਬਚਾਅ ਲਈ ਹਰ ਜਿਹੜਾ ਦੋਵੇਂ ਸੂਬਿਆਂ ਦਾ ਕਿਸਾਨ ਹੈ ਉਹ ਇੰਤਜ਼ਾਮ ਕਰ ਰਿਹਾ ਹੈ। ਦਿੱਲੀ ਦੇ ਵਿੱਚ ਮੱਛਰ ਬਹੁਤ ਹੈ ਤੇ ਇੱਕ ਕਿਸਾਨ ਨੇ ਇੱਕ ਟਰਾਲੀ ਮੱਛਰਦਾਨੀਆਂ ਦੀ ਭਰ ਕੇ ਦਿੱਲੀ ਭੇਜੀ ਹੈ। ਸੋ ਸਭ ਦਾ ਧੰਨਵਾਦ ਕੀਤਾ, ਮੀਡੀਆ ਦਾ ਵੀ ਧੰਨਵਾਦ ਕੀਤਾ ਹੈ ਰੁਲਦੂ ਸਿੰਘ ਨੇ। ਦੀਪ ਸਿੱਧੂ ਤੇ ਲੱਖਾ ਸਿਧਾਣਾ ਬਾਰੇ ਵੀ ਸਵਾਲ ਪੁੱਛਿਆ ਗਿਆ। ਰੁਲਦੂ ਸਿੰਘ ਨੇ ਕਿਹਾ ਕਿ ਸਾਡਾ ਇਹਨਾਂ ਨਾਲ ਕੋਈ ਲਿੰਕ ਨਹੀਂ ਹੈ, ਮੈਂ ਇਹਨਾਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ, ਪੁਲਿਸ ਉਹਨਾਂ ਨੂੰ ਛੱਡੇ ਜਾਂ ਫਿਰ ਨਾ ਛੱਡੇ, ਇਹ ਸਰਕਾਰ ਦੀ ਮਰਜ਼ੀ ਹੈ। ਫਿਰ ਸਵਾਲ ਪੁੱਛਿਆ ਗਿਆ ਕਿ ਕੀ ਲੱਖਾ ਸਿਧਾਣਾ ਜਿਹੜਾ ਉਹ ਕਿਸਾਨ ਲੀਡਰਾਂ ਦੀ ਸਟੇਜ ਤੋਂ ਬੋਲੇਗਾ, ਤਾਂ ਰੁਲਦੂ ਸਿੰਘ ਨੇ ਕਿਹਾ ਕਿ ਉਹ ਕਿਸਾਨ ਲੀਡਰਾਂ ਦੀ ਸਟੇਜ ਤੋਂ ਬੋਲੇਗਾ। ਕਿਸਾਨ ਜਥੇਬੰਦੀਆਂ ਨੇ ਬੈਠਕ ਦੇ ਵਿੱਚ ਫੈਸਲਾ ਲਿਆ ਕਿ ਲੱਖਾ ਸਿਧਾਣਾ ਸਿੰਘੂ ਬਾਰਡਰ ਤੇ ਕਿਸਾਨ ਮੋਰਚੇ ਦੀ ਸਟੇਜ ਤੋਂ ਬੋਲੇਗਾ, ਪਰ 32 ਕਿਸਾਨ ਜਥੇਬੰਦੀਆਂ ਦਾ ਹਿੱਸਾ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਉਸ ਨੂੰ ਕੋਈ ਵੀ ਫੜ ਨਹੀਂ ਸਕਦਾ, ਪਰ ਦੀਪ ਸਿੱਧੂ ਨਾਲ ਨਾ ਸਾਡਾ ਕੋਈ ਸੰਬੰਧ ਹੈ, ਨਾ ਹੀ ਲੱਖੇ ਦਾ ਕੋਈ ਸੰਬੰਧ ਹੈ, ਇਹ ਕਿਹਾ ਹੈ ਰੁਲਦੂ ਸਿੰਘ ਨੇ। ਦੀਪ ਨਾਲ ਲੱਖੇ ਸਿਧਾਣੇ ਦਾ ਕੋਈ ਸਿਧਾਂਤ ਨਹੀਂ ਰਲਦਾ, ਕੋਈ ਰਾਏ ਨਹੀਂ ਰਲਦੀ। ਉਹ ਥੋੜਾ ਜਿਹਾ ਇਕੱਠੇ ਹੋ ਗਏ ਜਿਵੇਂ ਵੀ ਯਾਰ ਇਹ ਬੁੜਿਆਂ ਜਿਹਾ ਤੋਂ ਅੰਦੋਲਨ ਨਹੀਂ ਚੱਲਦਾ, ਸਾਰੇ ਰਲ ਗਏ। ਉਹ ਇੰਨਾ ਰਾਜਨੀਤਿਕ ਨਹੀਂ ਸੀਗਾ, ਸਿਧਾਣੇ ਨੂੰ ਪੁੱਠੀ ਪਈ ਹੈ ਗੱਲ। ਲੱਖਾ ਸਿਧਾਣੇ ਨੂੰ ਬੋਲਣ ਦਾ 32 ਜਥੇਬੰਦੀਆਂ ਹਿੱਸਾ ਨਹੀਂ ਬਣੂਗਾ, ਮੇਰੀ ਗੱਲ ਸੁਣੋ। 32 ਜਥੇਬੰਦੀਆਂ ਹਿੱਸਾ ਸ਼ਾਇਦ ਨਾ ਜੋਗਿੰਦਰ ਗਰਾਹਾਂ ਬਣ ਸਕਦਾ ਤੇ ਨਾ ਮੂਰਲੇ ਬਣ ਸਕਦੇ ਨੇ ਜਦ ਤੁਸੀਂ ਨਾਂ ਲੈਂਦੇ ਹੋ। ਠੀਕ ਹੈ, ਜੇ ਕਿਸੇ ਤੇ ਹਮਲਾ ਹੁੰਦਾ ਤਾਂ ਜੇ ਗਵਾਂਢੀ ਤੇ ਹਮਲਾ ਸਾਨੂੰ ਵਿਰੋਧ, ਮੇਰੀ ਰਾਏ ਵੀ ਕਰਨਾ ਚਾਹੀਦਾ ਵੀ ਨਹੀਂ ਹਮਲਾ ਹੋਣਾ ਚਾਹੀਦਾ। ਇਸ ਮੌਕੇ ਰੁਲਦੂ ਸਿੰਘ ਨੇ ਹੋਲੇ ਮਹੱਲੇ ਵਾਲੀ ਸੰਗਤ ਨੂੰ ਵੀ ਅਪੀਲ ਕੀਤੀ ਹੈ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ। ਕਿਹਾ ਕਿ ਦਰਸ਼ਨਾਂ ਲਈ ਸੰਗਤ ਇੱਕ ਦਿਨ ਪਹਿਲਾਂ ਯਾਨੀ ਕਿ 25 ਮਾਰਚ ਨੂੰ ਪਹੁੰਚ ਜਾਵੇ, 26 ਮਾਰਚ ਨੂੰ ਇਸ ਬੰਦ ਨੂੰ ਸਫਲ ਬਣਾਇਆ ਜਾਵੇ, 26 ਤੋਂ ਬਾਅਦ ਫਿਰ 27 ਮਾਰਚ ਨੂੰ ਸੰਗਤ ਅਨੰਦਪੁਰ ਸਾਹਿਬ ਨੂੰ ਵਹੀਰਾਂ ਘੱਤ ਕੇ ਜਾਵੇ। ਭਾਰਤ ਦੇ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। ਇਸ ਦਰਮਿਆਨ ਮੋਦੀ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ। ਸਰਕਾਰ ਨੇ ਐਸਟਰਾਜ਼ੈਨੇਕਾ ਕੋਵਿਸ਼ੀਲਡ ਜਿਹੜਾ ਟੀਕਾ
ਹੈ ਉਸ ਦੀ ਬਰਾਮਦ ਉੱਤੇ ਪਾਬੰਦੀ ਲਾਉਣ ਦਾ ਫੈਸਲਾ ਲਿਆ, ਯਾਨੀ ਕਿ ਕਰੋਨਾ ਦਾ ਟੀਕਾ ਭਾਰਤ ਤੋਂ ਬਾਹਰ ਵਿਦੇਸ਼ਾਂ ਦੇ ਵਿੱਚ ਨਹੀਂ ਭੇਜਿਆ ਜਾਵੇਗਾ ਤੇ ਇਹ ਰੋਕ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ। ਭਾਰਤ ਦੇ ਵਿੱਚ ਪੂਰਾ ਇਸ ਗੱਲ ਦਾ ਰੌਲਾ ਪਿਆ ਹੋਇਆ ਕਿ ਯੂਕੇ ਦਾ ਜਿਹੜਾ ਨਵਾਂ ਸਟ੍ਰੇਨ ਹੈ ਉਸ ਦੀ ਭਾਰਤ ਦੇ ਵਿੱਚ ਐਂਟਰੀ ਹੋ ਗਈ ਹੈ ਅਤੇ ਭਾਰਤ ਦੇ ਵਿੱਚ ਨਵੇਂ ਸਟ੍ਰੇਨ ਦੇ ਮਰੀਜ਼ਾਂ ਦੀ ਜਿਹੜੀ ਗਿਣਤੀ ਹੈ ਉਹ ਵਧਣੀ ਸ਼ੁਰੂ ਹੋ ਗਈ ਹੈ ਤੇ ਨਵਾਂ ਕਰੋਨਾ ਦਾ ਇਨਫੈਕਸ਼ਨ ਹੈ ਜਿਹੜਾ ਸਿੱਧਾ ਗਲੇ, ਫੇਫੜਿਆਂ ਤੇ ਦਿਮਾਗ ਨੂੰ ਪ੍ਰਭਾਵਿਤ ਕਰ ਰਿਹਾ ਹੈ, ਜਿਹਦੇ ਕਾਰਨ ਮਰੀਜ਼ ਨੂੰ ਉਲਟੀਆਂ, ਬੇਚੈਨੀ, ਪੇਟ ਵਿੱਚ ਦਰਦ ਤੇ ਦਸਤ ਵਰਗੀਆਂ ਸ਼ਿਕਾਇਤਾਂ ਨਜ਼ਰ ਆ ਰਹੀਆਂ ਨੇ। ਪੇਟ ਵਿੱਚ ਦਰਦ, ਉਲਟੀਆਂ ਤੇ ਦਸਤ ਵਰਗੇ ਲੱਛਣ ਦਿੱਲੀ ਦੇ 2 ਸਰਕਾਰੀ ਹਸਪਤਾਲਾਂ ਵਿੱਚ ਦਾਖਲ ਕਰੋਨਾ ਮਰੀਜ਼ਾਂ ਦੇ ਵਿੱਚ ਦੇਖੇ ਜਾ ਰਹੇ ਨੇ। ਕਰੋਨਾ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਦਾ ਕਹਿਣਾ ਹੈ ਕਿ ਨਵੀਂ ਕਰੋਨਾ ਸਟ੍ਰੇਨ ਨੇ ਮਰੀਜ਼ਾਂ ਦੇ ਉੱਤੇ ਵੱਖਰੇ ਢੰਗ ਨਾਲ ਹਮਲਾ ਕਰਨਾ ਸ਼ੁਰੂ ਕੀਤਾ ਹੈ। ਦਿੱਲੀ ਵਿੱਚ ਕਰੋਨਾ ਦੇ ਤਕਰੀਬਨ 6,50,000 ਮਾਮਲੇ ਹੁਣ ਤੱਕ ਸਾਹਮਣੇ ਆਏ ਨੇ। ਇਹਨਾਂ ਵਿੱਚੋਂ ਬਹੁਤ ਸਾਰੇ ਮਰੀਜ਼ਾਂ ਵਿੱਚ ਬੁਖਾਰ, ਸਾਹ ਲੈਣ 'ਚ ਮੁਸ਼ਕਿਲ, ਖੰਘ ਵਰਗੇ ਲੱਛਣ ਹੁੰਦੇ ਨੇ ਤੇ ਇਸੇ ਤਰ੍ਹਾਂ ਮਰੀਜ਼ਾਂ ਵਿੱਚ ਖੁਸ਼ਬੂ ਦੀ ਮੌਜੂਦਗੀ ਅਤੇ ਖਾਣੇ ਦੇ ਸਵਾਦ ਨੂੰ ਮਹਿਸੂਸ ਨਾ ਕਰਨਾ ਵੀ ਕਰੋਨਾ ਦੇ ਨਵੇਂ ਦਬਾਅ ਦਾ ਲੱਛਣ ਹੈ। ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਡਾਕਟਰਾਂ ਦੇ ਮੁਤਾਬਿਕ ਮਰੀਜ਼ਾਂ ਦੇ ਵਿੱਚ ਪੇਟ 'ਚ ਦਰਦ ਤੇ ਬੇਚੈਨੀ ਦੀਆਂ ਸ਼ਿਕਾਇਤਾਂ ਵੇਖੀਆਂ ਗਈਆਂ ਨੇ। ਇਹਨਾਂ ਵਿੱਚੋਂ ਬਹੁਤ ਸਾਰੇ ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਬਿਮਾਰੀ ਹੈ ਜਿਹੜੀ ਉਹ ਡਾਕਟਰਾਂ ਦੇ ਮੁਤਾਬਿਕ ਕੰਟਰੋਲ ਦੇ ਵਿੱਚ ਕੀਤੀ ਜਾ ਸਕਦੀ ਹੈ। ਰੋਹਤਕ ਦੇ ਮਹਿਮ ਦੇ ਵਿੱਚ ਹੋਈ ਕਿਸਾਨ ਪੰਚਾਇਤ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਸਰਕਾਰ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਮਜ਼ਦੂਰ ਬਣਾਉਣ ਦੀ ਸਾਜ਼ਿਸ਼ ਰਚ ਰਹੀ ਹੈ। ਟਿਕੈਤ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜੇਕਰ ਕੋਈ ਸਰਕਾਰੀ ਏਜੰਸੀ ਕਿਸਾਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹਨਾਂ ਨੂੰ ਬੰਧਕ ਬਣਾ ਲਓ। ਟਿਕੈਤ ਨੇ 26 ਜਨਵਰੀ ਦੀ ਘਟਨਾ ਦਾ ਵੀ ਜ਼ਿਕਰ ਕੀਤਾ, ਕਿਹਾ ਕਿ ਜੇ ਪਾਈਪ ਉੱਤੇ ਧਾਰਮਿਕ ਝੰਡਾ ਲਾਇਆ ਤਾਂ ਕੀ ਪਾਪ ਹੋ ਗਿਆ। ਸਰਕਾਰ ਪਹਿਲਾਂ ਹੀ ਲਾਲ ਕਿਲੇ ਨੂੰ ਵੇਚ ਚੁੱਕੀ ਹੈ। ਹਰਿਆਣਾ ਦੇ ਮੁੱਖ ਮੰਤਰੀ ਖੱਟਰ ਤੇ ਵੀ ਵਰੇ ਟਿਕੈਤ ਨੇ ਕਿਹਾ ਕਿ ਜੇ ਸੀਐਮ ਖੱਟਰ ਵਿੱਚ ਹਿੰਮਤ ਹੈ ਤਾਂ ਹੈਲੀਕਾਪਟਰ ਤੋਂ ਹੇਠਾਂ ਉਤਰ ਕੇ ਦਿਖਾਉਣ। ਬਠਿੰਡਾ ਤੋਂ ਖਬਰ ਹੈ ਜਿੱਥੇ ਬੀਜੇਪੀ ਦੇ ਸੀਨੀਅਰ ਲੀਡਰ ਸੁਰਜੀਤ ਜਿਆਣੀ ਨੂੰ ਕਿਸਾਨਾਂ ਨੇ ਘੇਰ ਲਿਆ। ਅੱਗੇ ਜਿਆਣੀ ਤੇ ਪਿੱਛੇ ਕਿਸਾਨ, ਇਸ ਤਰ੍ਹਾਂ ਦੇ ਜਿਹੜੇ ਦ੍ਰਿਸ਼ ਨੇ ਉਹ ਬਠਿੰਡਾ ਦੇ ਵਿੱਚ ਦੇਖਣ ਨੂੰ ਮਿਲੇ, ਜਿੱਥੇ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਨਾਲ ਸੁਰਜੀਤ ਜਿਆਣੀ ਦੀ ਲੁਕਣ ਮੀਟੀ ਚੱਲਦੀ ਰਹੀ। ਜਿਆਣੀ ਦੀ ਮੁਖਾਲਫਤ ਦੇ ਲਈ ਇਕੱਠੇ ਹੋਏ ਕਿਸਾਨਾਂ ਦੇ ਕਾਰਨ ਜਿਆਣੀ ਦੀ ਪ੍ਰੈਸ ਕਾਨਫਰੰਸ ਦੀ ਥਾਂ ਨੂੰ 2 ਵਾਰੀ ਬਦਲਣਾ ਪਿਆ। ਪਹਿਲਾਂ ਜਿਆਣੀ ਦੀ ਬਾਅਦ ਦੁਪਹਿਰ 1 ਵਜੇ ਸਰਕਟ ਹਾਊਸ ਦੇ ਵਿੱਚ ਪ੍ਰੈਸ ਕਾਨਫਰੰਸ ਸੀ। ਸਵੇਰੇ ਕਰੀਬ 11 ਵਜੇ ਹੀ ਕਿਸਾਨ ਪਹੁੰਚ ਗਏ ਤੇ ਸਰਕਟ ਹਾਊਸ ਨੂੰ ਘੇਰ ਲਿਆ। ਉਸ ਤੋਂ ਬਾਅਦ ਜਿਆਣੀ ਦਾ ਪ੍ਰੋਗਰਾਮ ਬਦਲ ਕੇ ਬਾਅਦ ਦੁਪਹਿਰ 1:30 ਵਜੇ ਮਾਨਸਾ ਰੋਡ ਤੇ ਸਥਿਤ ਜੱਸੀ ਚੌਂਕ ਵਿਚਲੇ ਹੋਟਲ ਦੇ ਵਿੱਚ ਕਰ ਦਿੱਤਾ ਗਿਆ। ਪਰ ਉਸ ਤੋਂ ਬਾਅਦ ਕਿਸਾਨ ਉੱਥੇ ਵੀ ਜਿਆਣੀ ਦੇ ਪਿੱਛੇ ਹੀ ਪਹੁੰਚ ਗਏ ਤੇ ਜਿਆਣੀ ਨੇ ਜਦੋਂ ਹੋਟਲ ਦੇ ਵਿੱਚ ਪ੍ਰੈਸ ਕਾਨਫਰੰਸ ਸ਼ੁਰੂ ਕੀਤੀ ਤਾਂ ਕਿਸਾਨਾਂ ਨੇ ਹੋਟਲ ਨੂੰ 4 ਚੁਫੇਰਿਓਂ ਘੇਰ ਲਿਆ। ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ ਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਤੁਰੰਤ ਖੋਲ੍ਹਣ ਦੀ ਮੰਗ ਕੀਤੀ ਹੈ। ਜਗੀਰ ਕੌਰ ਨੇ ਕਿਹਾ ਕਿ ਹੁਣ ਜਦੋਂ ਕਰੋਨਾ ਕਾਰਨ ਬੰਦ ਹੋਏ ਸਾਰੇ ਅਦਾਰੇ ਤੇ ਧਾਰਮਿਕ ਸਥਾਨ ਖੁੱਲ੍ਹਦੇ ਜਾ ਰਹੇ ਨੇ ਤਾਂ ਫਿਰ ਕਰਤਾਰਪੁਰ ਸਾਹਿਬ ਦਾ ਲਾਂਘਾ ਕਿਉਂ ਨਹੀਂ ਖੁੱਲ੍ਹ ਰਿਹਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਪਾਵਨ ਸਥਾਨ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਨਾਲ ਸੰਗਤ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ, ਪਰ ਇਸ ਅਸਥਾਨ ਦਾ ਲਾਂਘਾ ਲੰਬੇ ਸਮੇਂ ਤੋਂ ਬੰਦ ਰਹਿਣ ਕਾਰਨ ਸੰਗਤ ਨਿਰਾਸ਼ਾ ਦੇ ਆਲਮ ਵਿੱਚ ਹੈ। ਕਣਕ ਦੀ ਖਰੀਦ ਤੋਂ ਪਹਿਲਾਂ FCI ਦੇ ਵੱਲੋਂ ਜਾਰੀ ਨਿਯਮਾਂ ਦੇ ਉੱਤੇ ਪੰਜਾਬ ਦੇ ਆੜ੍ਹਤੀਆਂ ਨੇ ਵੱਡਾ ਐਲਾਨ ਕਰ ਦਿੱਤਾ ਹੈ। ਅੰਮ੍ਰਿਤਸਰ ਜ਼ਿਲ੍ਹੇ ਦੀ ਭਗਤਾਂਵਾਲਾ ਮੰਡੀ ਦੇ ਆੜ੍ਹਤੀਆਂ ਨੇ ਕਿਹਾ ਹੈ ਕਿ ਜੇਕਰ ਇਸ ਮਸਲੇ ਤੇ FCI ਨੇ ਫੈਸਲਾ ਵਾਪਸ ਨਾ ਲਿਆ ਤਾਂ ਪੰਜਾਬ ਬੋਰਡੀ ਵੱਲੋਂ ਦਿੱਤੇ ਫੈਸਲੇ ਮੁਤਾਬਿਕ ਅਸੀਂ ਮੰਡੀਆਂ ਬੰਦ ਕਰ ਦਿਆਂਗੇ, ਜਿਸ ਦਾ ਸਿੱਧਾ ਅਸਰ ਕਣਕ ਦੀ ਖਰੀਦ ਤੇ ਪਵੇਗਾ ਤੇ ਕਣਕ ਦੀ ਖਰੀਦ ਬੰਦ ਹੋਣ ਤੇ FCI ਅਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੋਵੇਗੀ। ਆੜ੍ਹਤੀਆਂ ਨੇ ਕਿਹਾ ਕਿ ਕਿਸਾਨਾਂ ਤੇ ਆੜ੍ਹਤੀਆਂ ਦਾ 9 ਮਾਸ ਦਾ ਰਿਸ਼ਤਾ ਹੈ ਜਿਸ ਨੂੰ ਕਦੇ ਵੀ ਤੋੜਿਆ ਨਹੀਂ ਜਾ ਸਕਦਾ। ਕਿਸਾਨ ਤੇ ਆੜ੍ਹਤੀ ਹਮੇਸ਼ਾ ਇੱਕ ਦੂਸਰੇ ਦਾ ਸਾਥ ਦਿੰਦੇ ਨੇ ਅਤੇ ਚੰਡੀਗੜ੍ਹ ਦੇ ਵਿੱਚ ਪਹੁੰਚੇ ਕਿਸਾਨ ਲੀਡਰ ਰੁਲਦੂ ਸਿੰਘ ਨੇ ਵੀ ਇਹੀ ਕਿਹਾ ਹੈ ਕਿ ਪਹਿਲਾਂ ਮੈਂ ਵੀ ਆੜ੍ਹਤੀਆਂ ਦਾ ਵਿਰੋਧ ਕਰਦਾ ਰਿਹਾ, ਪਰ ਹੁਣ ਸਾਡੀ ਜਿਹੜੀ ਲੜਾਈ ਹੈ ਇਸ ਤੋਂ ਵੀ ਵੱਡੀ ਹੈ। ਅਸੀਂ ਖੇਤੀ ਕਾਨੂੰਨ ਪਹਿਲਾਂ ਰੱਦ ਕਰਵਾਉਣੇ ਨੇ, ਆੜ੍ਹਤੀਆਂ ਦੇ ਨਾਲ ਜੋ ਸਾਡਾ ਮਸਲਾ ਹੁੰਦਾ ਉਹਨੂੰ ਅਸੀਂ ਆਪੇ ਨਿਬੇੜ ਲਵਾਂਗੇ, ਪਰ ਫਿਲਹਾਲ ਅਸੀਂ ਨਹੀਂ ਚਾਹੁੰਦੇ ਕਿ ਆੜ੍ਹਤੀਆਂ ਨੂੰ ਵਿਚਾਲਿਓਂ ਕੱਢ ਕੇ ਸਿੱਧੀ ਸਾਨੂੰ ਕੇਂਦਰ ਸਰਕਾਰ ਅਦਾਇਗੀ ਕਰੇ। ਅਸੀਂ ਆੜ੍ਹਤੀਆਂ ਦੇ ਰਾਹੀਂ ਹੀ ਜਿਹੜੀ ਫਸਲਾਂ ਦੀ ਅਦਾਇਗੀ ਹੈ ਉਹ ਲੈਣੀ ਹੈ, ਉਹਨਾਂ ਨਾਲ ਜਿਹੜੇ ਮਸਲੇ ਚੱਲਦੇ ਨੇ ਉਹ ਅਸੀਂ ਆਪੇ ਸੁਲਝਾ ਲਵਾਂਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੌਕਸ ਕਰਦਿਆਂ ਕਿਹਾ ਹੈ ਕਿ ਕੇਂਦਰ ਘੱਟੋ ਘੱਟ ਕੌਮੀ ਸੁਰੱਖਿਆ ਦੇ ਹਿੱਤ ਵਿੱਚ ਹੀ ਖੇਤੀ ਕਾਨੂੰਨ ਰੱਦ ਕਰ ਦੇਵੇ। ਕੈਪਟਨ ਨੇ ਕਿਹਾ ਕਿ ਕਿਸਾਨੀ ਸੰਕਟ ਨੂੰ ਸੁਲਝਾਉਣ ਦੇ ਵਿੱਚ ਦੇਰੀ ਕਰਕੇ ਕੇਂਦਰ ਸਰਕਾਰ ਪਾਕਿਸਤਾਨ ਨੂੰ ਪੰਜਾਬ ਦੇ ਵਿੱਚ ਵਧੀ ਬੇਚੈਨੀ ਦਾ ਫਾਇਦਾ ਚੁੱਕਣ ਦਾ ਮੌਕਾ ਦੇ ਰਹੀ ਹੈ। ਕੈਪਟਨ ਨੇ ਕਿਹਾ ਕਿ ਹਿਟਲਰ ਦਾ ਜਰਮਨੀ ਨਹੀਂ ਹੈ ਤੇ ਨਾ ਹੀ ਮਾਓ ਜੇ ਤੁੰਗ ਦਾ ਚੀਨ ਹੈ। ਮੋਦੀ ਨੂੰ ਲੋਕਾਂ ਦੀ ਆਵਾਜ਼ ਸੁਣਨੀ ਹੀ ਪਵੇਗੀ, ਮੋਦੀ ਨੂੰ ਚੇਤਾਵਨੀ ਦਿੱਤੀ ਹੈ ਕੈਪਟਨ ਨੇ।
ਕੈਪਟਨ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਪਾਕਿਸਤਾਨ ਪੰਜਾਬ ਦੀ ਜਵਾਨੀ ਵਿੱਚ ਪਾਈ ਜਾਂਦੀ ਨਿਰਾਸ਼ਾ ਦਾ ਲਾਹਾ ਚੁੱਕਦਾ ਆਇਆ ਹੈ, ਪਰ ਇਸ ਵੇਲੇ ਦਿੱਲੀ ਸਰਕਾਰ ਸੁੱਤੀ ਪਈ ਹੈ। ਉਹਨਾਂ ਨੇ ਕੇਂਦਰ ਸਰਕਾਰ ਨੂੰ ਆਪਣੀ ਜ਼ਿੱਦ ਤੇ ਹਉਮੈ ਛੱਡ ਕੇ ਤੁਰੰਤ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ ਹੈ। ਫਸਲਾਂ ਦੀ ਸਿੱਧੀ ਅਦਾਇਗੀ ਦੇ ਮਸਲੇ ਦੇ ਉੱਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਵਿੱਚ ਜੰਗ ਛਿੜਿਆ ਹੋਇਆ। ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਿਣਸਾਂ ਦੇ ਪੈਸੇ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਪਾਉਣ ਦੀ DBT ਯੋਜਨਾ ਦਾ ਜ਼ਿੰਮੇਵਾਰ ਦੱਸਿਆ। ਅਕਾਲੀ ਦਲ ਨੇ ਕੈਪਟਨ ਤੋਂ ਪੁੱਛਿਆ ਕਿ ਉਹ ਅਗਲੇ ਸਾਲ ਤੋਂ ਸਕੀਮ ਲਾਗੂ ਕਰਨ ਦੀ ਸਹਿਮਤੀ ਕਿਉਂ ਦੇ ਰਹੇ ਨੇ, ਜਦੋਂ ਕਿ ਕਿਸਾਨ ਤਾਂ ਇਸ ਦਾ ਵਿਰੋਧ ਕਰ ਰਹੇ ਨੇ। ਅਕਾਲੀ ਦਲ ਨੇ ਕੇਂਦਰ ਸਰਕਾਰ ਨੂੰ ਵੀ DBT ਸਕੀਮ ਬਾਰੇ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਲਈ ਆਖਿਆ ਤੇ ਕਿਹਾ ਕਿ ਇਸ ਮਾਮਲੇ ਵਿੱਚ ਇੱਕ ਪਾਸੜ ਫੈਸਲਾ ਸੂਬਿਆਂ ਦੇ ਹੱਕਾਂ ਤੇ ਸਿੱਧਾ ਡਾਕਾ ਹੋਏਗਾ ਤੇ ਇਸ ਨਾਲ ਦੇਸ਼ ਦੇ ਵਿੱਚ ਸੰਘੀ ਢਾਂਚਾ ਹੋਰ ਕਮਜ਼ੋਰ ਹੋਏਗਾ। ਅਕਾਲੀ ਦਲ ਨੇ ਇਸ ਮਾਮਲੇ ਤੇ ਕੈਪਟਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਤੇ ਕਿਹਾ ਕਿ ਪਹਿਲਾਂ ਕੈਪਟਨ ਨੇ ਆਉਂਦੇ ਹਾੜੀ ਸੀਜ਼ਨ ਤੋਂ ਇਹ ਯੋਜਨਾ ਲਾਗੂ ਕਰਨ ਲਈ ਲਿਖਤੀ ਸਹਿਮਤੀ ਦਿੱਤੀ ਸੀ ਤੇ ਹੁਣ ਮਗਰਮੱਛ ਦੇ ਹੰਝੂ ਕਿਉਂ ਵਹਾ ਰਹੇ ਨੇ। ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਈਡੀ ਦੇ ਵੱਲੋਂ ਹਾਈ ਕੋਰਟ ਵਿੱਚ ਪੇਸ਼ ਕੀਤੇ ਦਸਤਾਵੇਜ਼ ਨੂੰ ਜਨਤਕ ਕਰਦਿਆਂ ਕਿਹਾ ਕਿ ਸਾਡੇ ਤੇ ਬਹੁਤ ਸਾਰੇ ਝੂਠੇ ਇਲਜ਼ਾਮ ਲਾਏ ਗਏ ਨੇ। ਹਾਲਾਂਕਿ ਖਹਿਰਾ ਨੇ ਕਿਹਾ ਕਿ ਮੇਰੇ ਖਿਲਾਫ ਅੱਜ ਤੱਕ ਕੋਈ ਵੀ FIR ਦਰਜ ਨਹੀਂ ਹੋਈ ਤੇ ਈਡੀ ਨੂੰ ਕਿਸਨੇ ਅਧਿਕਾਰ ਦੇ ਦਿੱਤਾ ਹੈ ਕਿ ਤੁਸੀਂ ਕਿਸੇ ਬੇਗੁਨਾਹ ਦੇ ਘਰ ਜਾ ਕੇ ਗੈਰ ਕਾਨੂੰਨੀ ਰੇਡ ਕਰੋ। ਖਹਿਰਾ ਨੇ ਕਿਹਾ ਕਿ ਮੇਰੇ ਸਿਰ ਤੇ 3 ਕਰੋੜ ਦਾ ਕਰਜ਼ਾ ਹੈ, ਪਰ ਉਸ ਲੋਨ ਨੂੰ ਵੀ ਇਹਨਾਂ ਨੇ ਅਨਅਕਾਊਂਟਡ ਇਨਕਮ ਦੇ ਵਿੱਚ ਪਾ ਦਿੱਤਾ ਹੈ ਤੇ ਉਸ ਨੂੰ ਲਗਭਗ 4 ਕਰੋੜ ਰੁਪਏ ਦੀ ਬਣਾਈ ਜਾਂਦੇ ਨੇ। ਖਹਿਰਾ ਨੇ ਦੱਸਿਆ, ਖੁਲਾਸਾ ਕੀਤਾ ਕਿ ਮੇਰੇ ਤੇ ਇੱਕ ਹੋਰ ਇਲਜ਼ਾਮ ਲਾਇਆ ਗਿਆ ਕਿ ਮੈਂ 84 ਲੱਖ ਰੁਪਏ ਕੈਸ਼ ਟ੍ਰਾਂਸਫਰ ਕੀਤੇ ਨੇ ਤੇ ਮੇਰੇ ਕੋਲ ਮੇਰੀ ਜ਼ਮੀਨ ਦੀ ਲਗਭਗ 25 ਲੱਖ ਰੁਪਏ ਦੀ ਸਾਲਾਨਾ ਆਮਦਨ ਹੈ। ਮੈਂ ਆਪਣੇ ਘਰ ਦੇ ਖਰਚੇ ਕੱਢਣ ਤੋਂ ਬਾਅਦ 1 ਸਾਲ ਦੇ ਵਿੱਚ 25 ਲੱਖ ਰੁਪਏ ਚੋਂ 7 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ ਤਾਂ ਮੈਂ ਕਿਹੜੀ ਮਨੀ ਲਾਂਡਰਿੰਗ ਕਰ ਦਿੱਤੀ। ਪਿਛਲੇ 12 ਸਾਲਾਂ ਦੇ ਵਿੱਚ ਜੋ ਕੈਸ਼ ਡਿਪੋਜ਼ਿਟ ਗਏ ਨੇ ਇਹ ਮੈਂ ਜ਼ਿਆਦਾਤਰ ਬੈਂਕਾਂ ਤੋਂ ਜੋ ਕਰਜ਼ੇ ਲਏ ਨੇ ਉਸ ਦੀ ਵਿਆਜ ਦੀ ਕੀਮਤ ਨੂੰ ਮਨੀ ਲਾਂਡਰਿੰਗ ਦਾ ਇਹਨਾਂ ਨੇ ਨਾਮ ਦੇ ਦਿੱਤਾ। ਮੇਰੇ ਜਵਾਈ ਤੇ ਪੁੱਤਰ ਨੇ ਰਲ ਕੇ ਬਣਾਈ ਜਿਹੜੀ ਇੱਕ ਕੰਪਨੀ ਸੀ ਉਹਦੇ ਵਿੱਚ ਵਰਤੀ ਗਈ ਰਕਮ ਨੂੰ ਵੀ ਈਡੀ ਨੇ ਮਨੀ ਲਾਂਡਰਿੰਗ ਦੇ ਵਿੱਚ ਬਦਲ ਦਿੱਤਾ। ਖਹਿਰਾ ਨੇ ਕਿਹਾ ਕਿ ਮੇਰੇ ਖਿਲਾਫ ਕੋਈ FIR ਦਰਜ ਨਹੀਂ ਹੈ। 2015 ਵਿੱਚ ਗੁਰਦੇਵ ਸਿੰਘ ਤੇ NDPSC FIR ਦਰਜ ਸੀ ਤੇ ਉਸ FIR ਦੇ ਆਧਾਰ ਤੇ ਮੈਨੂੰ ਡਰੱਗ ਮਾਮਲੇ ਵਿੱਚ ਘੜੀਸਿਆ ਜਾ ਰਿਹਾ ਹੈ ਤੇ ਗੁਰਦੇਵ ਸਿੰਘ ਮੇਰੇ ਹਲਕੇ ਦਾ ਮਾਰਕੀਟ ਕਮੇਟੀ ਦਾ ਸਾਬਕਾ ਚੇਅਰਮੈਨ ਸੀ, ਸੋ ਇਹ ਜਿਹੜੀ FIR ਸਿੱਧੀ ਮੇਰੇ ਤੇ ਨਹੀਂ ਹੈ। ਪਾਲ ਖਹਿਰਾ ਨੇ ਫੇਸਬੁੱਕ ਦੇ ਉੱਤੇ ਈਡੀ ਦੇ ਵੱਲੋਂ ਜੋ ਆਪਣੇ ਘਰ ਦੇ ਉੱਤੇ ਛਾਪੇਮਾਰੀ ਕੀਤੀ ਸੀ ਉਹਦੀ ਸਾਰੀ ਕਹਾਣੀ ਹੈ ਜਿਹੜੀ ਦੱਸੀ ਹੈ। ਫਰੀਦਕੋਟ ਤੋਂ ਫਿਰੋਜ਼ਪੁਰ ਨੂੰ ਜਾ ਰਹੀ PRTC ਬੱਸ ਸੇਮ ਨਾਲੇ ਦੇ ਵਿੱਚ ਡਿੱਗ ਪਈ ਹੈ ਤੇ 15 ਵਿਅਕਤੀ ਜ਼ਖਮੀ ਹੋ ਗਏ ਨੇ। ਬੱਸ ਟਾਇਰ ਫਟਣ ਕਾਰਨ ਗੋਲੇਵਾਲਾ ਪਿੰਡ ਨੇੜੇ ਸੇਮ ਨਾਲੇ ਵਿੱਚ ਜਾ ਡਿੱਗੀ। ਹਾਦਸੇ ਵਿੱਚ 15 ਜਣੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਬੱਸ ਦਾ ਟਾਇਰ ਫਟਣ ਕਾਰਨ ਬੱਸ ਬੇਕਾਬੂ ਹੋ ਗਈ ਤੇ ਪੁਲ ਤੇ ਗ੍ਰਿਲਾਂ ਨਾ ਹੋਣ ਕਰਕੇ ਬੱਸ ਨਾਲੇ ਦੇ ਵਿੱਚ ਡਿੱਗ ਪਈ। ਹਾਲਾਂਕਿ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇੱਕ ਹੋਰ ਬਹੁਤ ਹੀ ਦਰਦਨਾਕ ਖਬਰ ਹੈ ਜਿਹੜੀ ਉਹ ਫੌਜੀਆਂ ਦੇ ਨਾਲ ਜੁੜੀ ਹੋਈ ਹੈ ਜਿਹੜੇ ਦੇਸ਼ ਦੀ ਰਾਖੀ ਕਰਦੇ ਨੇ। ਵੀਰਵਾਰ ਨੂੰ ਤੜਕੇ ਵੱਡਾ ਹਾਦਸਾ ਵਾਪਰਿਆ ਜਦੋਂ 3 ਫੌਜੀ ਜਵਾਨ ਜਿਉਂਦੇ ਸੜ ਗਏ। ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਦੇ ਵਿੱਚ ਬਠਿੰਡਾ ਨੂੰ ਆ ਰਹੇ ਰਜ਼ੀਆਸਰ ਛਤਰਗੜ੍ਹ ਸੜਕ ਦੇ ਉੱਤੇ ਇੱਕ ਜਿਪਸੀ ਵੈਨ ਪਲਟ ਗਈ ਤੇ ਪਲਟਣ ਤੋਂ ਬਾਅਦ ਜਿਪਸੀ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ 5 ਜਵਾਨ ਨੇ ਜਿਹੜੇ ਉਹ ਜ਼ਖਮੀ ਵੀ ਹੋਏ ਨੇ। ਬਠਿੰਡਾ ਸਥਿਤ ਫੌਜੀ ਯੂਨਿਟ ਦੇ 8 ਫੌਜੀ ਜਵਾਨ ਸੂਰਤਗੜ੍ਹ ਤੋਂ ਜਿਪਸੀ ਵਿੱਚ ਰਵਾਨਾ ਹੋਏ ਸੀ ਤੇ ਰਾਹ ਵਿੱਚ ਇਹ ਸਾਰਾ ਹਾਦਸਾ ਵਾਪਰ ਗਿਆ। ਮੌਕੇ ਤੋਂ ਬੁਰੀ ਤਰ੍ਹਾਂ ਦੇ ਨਾਲ ਸੜੀ ਹੋਈ ਹਾਲਤ ਵਿੱਚ 3 ਲਾਸ਼ਾਂ ਬਰਾਮਦ ਹੋਈਆਂ ਨੇ। ਜ਼ਖਮੀਆਂ ਨੂੰ ਸੂਰਤਗੜ੍ਹ ਦੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਅੱਗ ਦੀਆਂ ਉੱਚੀਆਂ ਲਪਟਾਂ ਵੇਖ ਕੇ ਲੋਕ ਘਟਨਾ ਸਥਾਨ ਤੇ ਇਕੱਠੇ ਹੋ ਗਏ ਸੀ। 5 ਜਵਾਨਾਂ ਨੂੰ ਇਹਨਾਂ ਲੋਕਾਂ ਨੇ ਬਚਾ ਲਿਆ ਪਰ 3 ਜਵਾਨ ਉਦੋਂ ਤੱਕ ਪੂਰੀ ਤਰ੍ਹਾਂ ਨਾਲ ਅੱਗ ਦੀ ਲਪੇਟ ਵਿੱਚ ਆ ਕੇ ਸੜ ਚੁੱਕੇ ਸੀ। ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਸੁਨਾਮ ਦੇ ਵਿੱਚ ਪੈਂਦੇ ਪਿੰਡ ਚੱਠਾ ਨਨਹੇੜਾ ਦੇ ਖੇਡ ਸਟੇਡੀਅਮ ਦੇ ਵਿੱਚ 26 ਮਾਰਚ ਦੇ ਬੰਦ ਤੋਂ ਬਾਅਦ 30 ਮਾਰਚ ਨੂੰ ਮਿੱਟੀ ਦੇ ਪੁੱਤਾਂ ਦਾ ਮਹਾ ਸੰਮੇਲਨ ਕਰਵਾਇਆ ਜਾ ਰਿਹਾ ਹੈ ਤੇ ਇਸ ਮਹਾ ਸੰਮੇਲਨ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਜੇਲ੍ਹਾਂ ਵਿੱਚੋਂ ਰਿਹਾ ਹੋਏ ਕਿਸਾਨਾਂ ਤੇ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਜਾਏਗਾ ਤੇ ਇਸ ਮਹਾ ਸੰਮੇਲਨ ਦੇ ਵਿੱਚ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ, ਰਾਕੇਸ਼ ਟਿਕੈਤ, ਬਲਦੇਵ ਸਿੰਘ ਸਿਰਸਾ, ਅਭਿਮਨਿਊ ਕੋਹਾੜ ਤੇ ਮਨਜੀਤ ਰਾਏ ਦੁਆਬਾ ਸਮੇਤ ਭਾਈ ਹਰਦੀਪ ਸਿੰਘ ਡਿਬਡਿਬਾ ਵੀ ਖਾਸ ਤੌਰ ਤੇ ਪਹੁੰਚਣਗੇ। ਪੰਜਾਬ ਸਰਕਾਰ ਦੇ ਵੱਲੋਂ ਗੱਠਜੋੜ ਸਰਕਾਰ ਸਮੇਂ ਹੋਏ ਬਿਜਲੀ ਸਮਝੌਤਿਆਂ ਦੇ ਉੱਤੇ ਵਾਈਟ ਪੇਪਰ ਦਾ ਡਰਾਫਟ ਤਿਆਰ ਕਰ ਲਿਆ ਗਿਆ ਜਿਸ ਨੂੰ ਅੰਤਿਮ ਛੋਹ ਦਿੱਤੀ ਜਾਣ ਲੱਗੀ ਹੈ। ਇਸ ਦੀ ਜਾਣਕਾਰੀ ਮਿਲੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਘੇ ਦਿਨ ਸਿਸਵਾ ਫਾਰਮ ਹਾਊਸ ਤੇ ਗੱਠਜੋੜ ਸਰਕਾਰ ਸਮੇਂ ਹੋਏ ਬਿਜਲੀ ਸਮਝੌਤਿਆਂ ਤੇ ਵਾਈਟ ਪੇਪਰ ਦੇ ਡਰਾਫਟ ਤਿਆਰ ਕਰਨ ਤੇ ਮੀਟਿੰਗ ਕੀਤੀ ਜਿਸ ਵਿੱਚ 2 ਕੈਬਨਿਟ ਵਜ਼ੀਰ ਵੀ ਸ਼ਾਮਿਲ ਸਨ। ਮੁੱਖ ਮੰਤਰੀ ਦੀ ਮੀਟਿੰਗ ਵਿੱਚ ਉਦਯੋਗ ਮੰਤਰੀ ਤੇ ਸਿੱਖਿਆ ਮੰਤਰੀ ਗੈਰ ਹਾਜ਼ਰ ਰਹੇ।
ਦਰਅਸਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 17 ਜਨਵਰੀ 2020 ਨੂੰ ਬਿਜਲੀ ਸੈਕਟਰ ਉੱਤੇ ਵਾਈਟ ਪੇਪਰ ਜਾਰੀ ਕਰਨ ਦਾ ਐਲਾਨ ਕੀਤਾ ਸੀ, ਪਰ 2 ਸਾਲ ਲੰਘਣ ਤੋਂ ਬਾਅਦ ਵੀ ਵਾਈਟ ਪੇਪਰ ਹਾਲੇ ਤੱਕ ਕਿਸੇ ਵੀ ਤਣ ਪੱਤਣ ਨਹੀਂ ਲੱਗਿਆ ਤੇ ਚਰਚਾ ਚੱਲ ਰਹੀ ਹੈ ਕਿ ਸਰਕਾਰ ਪੰਜਾਬ ਵਿਧਾਨ ਸਭਾ ਦੇ ਅਗਲੇ ਸੈਸ਼ਨ ਦੇ ਵਿੱਚ ਵਾਈਟ ਪੇਪਰ ਲਿਆ ਸਕਦੀ ਹੈ। ਵਾਈਟ ਪੇਪਰ ਦੀ ਇਹ ਗੱਲ ਸਾਫ਼ ਹੋਣੀ ਹੈ ਕਿ ਗੱਠਜੋੜ ਸਰਕਾਰ ਸਮੇਂ ਹੋਏ ਬਿਜਲੀ ਸਮਝੌਤੇ ਕੀ ਠੀਕ ਠਾਕ ਸਨ, ਜੇਕਰ ਠੀਕ ਨਹੀਂ ਤਾਂ ਕੌਣ ਜ਼ਿੰਮੇਵਾਰ ਸਨ। ਬਿਜਲੀ ਦੀਆਂ ਵੱਧ ਰਹੀਆਂ ਦਰਾਂ ਦੇ ਕਾਰਨ ਤੇ ਉਹਨਾਂ ਦੀ ਵਿੱਚ ਕਟੌਤੀ ਲਈ ਲਏ ਜਾਣ ਵਾਲੇ ਕਦਮਾਂ ਬਾਰੇ ਵੀ ਇਹਦੇ ਵਿੱਚ ਚਰਚਾ ਹੋਣੀ ਹੈ। ਸੋ ਵਾਈਟ ਪੇਪਰ ਬੜਾ ਅਹਿਮ ਹੋਏਗਾ। ਪੰਜਾਬ ਸਰਕਾਰ ਨੇ ਸੂਬੇ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ 2280 ਅਸਾਮੀਆਂ ਭਰਨ ਨੂੰ ਹਰੀ ਝੰਡੀ ਦੇ ਦਿੱਤੀ, ਜਿਸ ਤੋਂ ਬਾਅਦ ਹੁਣ ਚੋਣ ਬੋਰਡ ਪੰਜਾਬ ਦੇ ਵੱਲੋਂ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਇਹਨਾਂ ਅਸਾਮੀਆਂ ਨੂੰ ਭਰਨ ਦੀ। 2280 ਜਿਹੜੀਆਂ ਅਸਾਮੀਆਂ ਨੇ ਉਹਨਾਂ ਵਿੱਚੋਂ ਜੇਲ੍ਹ ਵਿਭਾਗ ਲਈ ਵਾਰਡਨ ਤੇ ਮੈਟਰਨ ਦੀਆਂ 847, ਲੀਗਲ ਕਲਰਕਾਂ ਦੀਆਂ 199, ਸਿੱਖਿਆ ਵਿਭਾਗ ਵਿੱਚ 807, ਲਾਇਬ੍ਰੇਰੀਅਨ ਅਤੇ ਉਦਯੋਗ ਤੇ ਕਾਮਰਸ ਵਿਭਾਗ ਵਿੱਚ ਉੱਚ ਉਦਯੋਗਿਕ ਉੱਨਤੀ ਅਫਸਰਾਂ ਦੀਆਂ 56 ਅਸਾਮੀਆਂ, ਬਲਾਕ ਪੱਧਰ ਪ੍ਰਸਾਰ ਅਫਸਰ ਦੀਆਂ 61, ਆਬਕਾਰੀ ਤੇ ਕਰ ਨਿਰੀਖਕ ਦੀਆਂ 51, ਪੰਜਾਬ ਵੇਅਰ ਹਾਊਸਿੰਗ ਤੇ ਤਕਨੀਕੀ ਸਹਾਇਕ ਦੀਆਂ 120, ਸਮਾਜਿਕ ਸੁਰੱਖਿਆ ਵਿਭਾਗ ਵਿੱਚ ਸੁਪਰਵਾਈਜ਼ਰ ਦੀਆਂ 112 ਤੇ ਮੱਛੀ ਪਾਲਣ ਅਫਸਰ ਦੀਆਂ 27 ਅਸਾਮੀਆਂ ਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਹੈ ਜਿਹੜੀ ਉਹ ਕੀਤੀ ਜਾਵੇਗੀ। ਸੋ ਤੁਸੀਂ ਜਿਹੜੀ ਪੰਜਾਬ ਸਰਕਾਰ ਦੀ ਸੰਬੰਧਿਤ ਵੈਬਸਾਈਟ ਹੈ ਉਸ ਦਾ ਧਿਆਨ ਜ਼ਰੂਰ ਰੱਖਿਓ। ਅਖਬਾਰਾਂ ਦੇ ਵਿੱਚ ਵੀ ਇਹਨਾਂ ਅਸਾਮੀਆਂ ਦੇ ਲਈ ਅਰਜ਼ੀਆਂ ਮੰਗੀਆਂ ਜਾਣਗੀਆਂ। ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਖਿਲਾਫ ਗੈਂਗਸਟਰ ਗੁੱਡੂ ਦੇ ਪਰਿਵਾਰ ਨੇ ਗੰਭੀਰ ਦੋਸ਼ ਲਾਏ ਨੇ। ਗੁੱਡੂ ਦੇ ਪਰਿਵਾਰ ਨੇ ਇਲਜ਼ਾਮ ਲਾਉਂਦਿਆਂ ਕਿਹਾ ਹੈ ਕਿ ਮੁਸਤਫਾ ਜਾਂਚ ਕਮੇਟੀ ਨੂੰ ਪ੍ਰਭਾਵਿਤ ਕਰ ਰਹੇ ਸੀ ਤੇ ਇਹ ਜਾਂਚ ਕਮੇਟੀ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਬਣਾਈ ਗਈ ਸੀ। ਪਰਿਵਾਰ ਨੇ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਸੁਰੱਖਿਆ ਦੀ ਮੰਗ ਵੀ ਕੀਤੀ ਹੈ। ਆਰਐਸਐਸ ਦੀ ਚਰਚਾ ਲਗਾਤਾਰ ਹੁੰਦੀ ਰਹਿੰਦੀ ਹੈ। ਪੱਛਮੀ ਬੰਗਾਲ ਦੇ ਵਿੱਚ ਚੋਣਾਂ ਦੇ ਦਰਮਿਆਨ ਵੀ ਆਰਐਸਐਸ ਤੇ ਤਿੱਖੇ ਨਿਸ਼ਾਨੇ ਨੇ ਜਿਹੜੇ ਉੱਥੋਂ ਦੀ ਸਰਕਾਰ ਦੇ ਵੱਲੋਂ ਸਾਧੇ ਜਾ ਰਹੇ ਨੇ। ਰਾਹੁਲ ਗਾਂਧੀ ਵੀ ਆਰਐਸਐਸ ਨੂੰ ਲੈ ਕੇ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਨੇ ਤੇ ਪੰਜਾਬ ਦੇ ਵਿੱਚ ਵੀ ਕਾਫੀ ਚਰਚਾ ਹੁੰਦੀ ਰਹਿੰਦੀ ਹੈ। ਖਾਸ ਕਰਕੇ ਸਿੱਖ ਧਰਮ ਦੇ ਵਿੱਚ ਜਿਹੜੀਆਂ ਧਾਰਮਿਕ ਸ਼ਖਸੀਅਤਾਂ ਨੇ ਉਹਨਾਂ ਦੇ ਵੱਲੋਂ ਵੀ ਜ਼ਿਕਰ ਕੀਤਾ ਜਾਂਦਾ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਆਰਐਸਐਸ ਤੇ ਨਿਸ਼ਾਨਾ ਲਾਉਂਦੇ ਨੇ। ਇਲਜ਼ਾਮ ਲੱਗਦੇ ਨੇ ਕਿ ਆਰਐਸਐਸ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਤੇ ਹੁਣ ਇੱਕ ਨਵੀਂ ਰਿਪੋਰਟ ਆਈ ਹੈ, ਨਵੀਂ ਜਾਣਕਾਰੀ ਆਈ ਹੈ ਕਿ ਆਰਐਸਐਸ ਨੇ ਪੰਜਾਬ ਦੇ ਅੱਧਿਓਂ ਵੱਧ ਪਿੰਡਾਂ ਦੇ ਵਿੱਚ ਆਪਣੇ ਪੈਰ ਪਸਾਰ ਲਏ ਨੇ। ਪੰਜਾਬ ਦੇ ਸੰਘ ਚਾਲਕ ਇਕਬਾਲ ਸਿੰਘ ਨੇ ਦੱਸਿਆ ਕਿ ਰਾਮ ਮੰਦਿਰ ਦਾ ਜਿਹੜਾ ਨਿਰਮਾਣ ਹੋਣਾ ਹੈ ਉਹਦੇ ਲਈ ਪੰਜਾਬ ਦੇ 12,716 ਪਿੰਡਾਂ ਦੇ ਵਿੱਚੋਂ 6,660 ਪਿੰਡਾਂ ਦੇ ਨਾਲ ਆਰਐਸਐਸ ਨੇ ਸਿੱਧਾ ਰਾਬਤਾ ਕਾਇਮ ਕੀਤਾ ਹੈ ਤੇ 20,05,318 ਪਰਿਵਾਰਾਂ ਤੱਕ ਪਹੁੰਚ ਕੀਤੀ ਹੈ ਰਾਮ ਮੰਦਿਰ ਦੇ ਨਿਰਮਾਣ ਦੇ ਲਈ ਚੰਦਾ ਇਕੱਠਾ ਕਰਨ ਵਾਸਤੇ। ਤੇ ਪੰਜਾਬ ਦੇ ਵਿੱਚੋਂ ਪੰਜਾਬੀਆਂ ਨੇ ਆਰਐਸਐਸ ਨੂੰ 46 ਕਰੋੜ 97 ਲੱਖ ਰੁਪਏ ਦਾ ਦਾਨ ਵੀ ਦੇ ਦਿੱਤਾ ਹੈ ਇਹ ਮੰਦਿਰ ਬਣਾਉਣ ਦੇ ਲਈ। ਸੰਘ ਇਸ ਨੂੰ ਇੱਕ ਵੱਡੀ ਪ੍ਰਾਪਤੀ ਦੇ ਵਜੋਂ ਦੇਖ ਰਿਹਾ ਹੈ ਕਿਉਂਕਿ ਨਾਮ ਪੰਜਾਬ ਹੈ। ਪੰਜਾਬ ਤੋਂ ਇੰਨਾ ਪੈਸਾ ਆਉਣਾ ਔਰ ਪੰਜਾਬ ਦੇ 6,660 ਪਿੰਡਾਂ ਤੱਕ ਆਰਐਸਐਸ ਦੀ ਸਿੱਧੀ ਪਹੁੰਚ ਹੋਣਾ ਕੋਈ ਛੋਟੀ ਗੱਲ ਨਹੀਂ ਹੈ ਆਰਐਸਐਸ ਦੇ ਵਾਸਤੇ। ਪਰ ਪੰਜਾਬ ਦੇ ਵਿੱਚ ਜੋ ਵੱਡੀ ਗਿਣਤੀ ਹੈ ਉਹ ਸਿੱਖ ਧਰਮ ਦੇ ਲੋਕਾਂ ਦੀ ਹੈ ਤੇ ਉਹਨਾਂ ਲਈ ਇਹ ਚਿੰਤਾ ਦਾ ਵਿਸ਼ਾ ਵੀ ਹੈ। ਲੰਘੇ ਦਿਨੀ ਬੰਗਲੁਰੂ ਦੇ ਵਿੱਚ 2 ਦਿਨਾਂ ਆਰਐਸਐਸ ਦੀ ਅਖਿਲ ਭਾਰਤੀ ਪ੍ਰਤੀਨਿਧੀ ਸਭਾ ਹੋਈ ਤੇ ਉਸ ਤੋਂ ਬਾਅਦ ਪੰਜਾਬ ਦੇ ਸੰਘ ਚਾਲਕ ਨੇ ਇਹ ਜਾਣਕਾਰੀ ਪ੍ਰੈਸ ਬਿਆਨ ਰਾਹੀਂ ਸਾਂਝੀ ਕੀਤੀ ਹੈ। ਇਕਬਾਲ ਸਿੰਘ ਨੇ ਦੱਸਿਆ ਕਿ ਰਾਮ ਮੰਦਿਰ ਨਿਰਮਾਣ ਲਈ ਚੰਦਾ ਇਕੱਠਾ ਕਰਨ ਵਾਸਤੇ ਪੰਜਾਬ 'ਚ 2,335 ਟੋਲੀਆਂ ਬਣਾਈਆਂ ਗਈਆਂ। ਇਹਨਾਂ ਟੋਲੀਆਂ ਦੇ ਵਿੱਚ 13,341 ਜਿਹੜੇ ਬੰਦੇ ਲਾਏ ਗਏ, ਜਿਨ੍ਹਾਂ ਦੇ ਵਿੱਚ 1,129 ਔਰਤਾਂ ਸੀ ਅਤੇ 13,341 ਬੰਦੇ ਸ਼ਾਮਲ ਸੀਗੇ ਤੇ ਪੰਜਾਬ ਦੇ ਵਿੱਚ 228 ਥਾਵਾਂ ਦੇ ਉੱਤੇ 502 ਸ਼ਾਖਾਵਾਂ ਚੱਲ ਰਹੀਆਂ ਨੇ। ਯਾਨੀ ਕਿ 228 ਥਾਵਾਂ ਤੇ ਦੁੱਗਣੇ ਤੋਂ ਵੀ ਵੱਧ ਸ਼ਾਖਾਵਾਂ ਆਰਐਸਐਸ ਦੀਆਂ ਚੱਲ ਰਹੀਆਂ ਨੇ। ਦੇਸ਼ ਅੰਦਰ ਪਿਛਲੇ ਸਾਲ ਮਾਰਚ ਮਹੀਨੇ ਦੇ ਮੁਕਾਬਲੇ 99% ਸ਼ਾਖਾਵਾਂ ਮੁੜ ਤੋਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ। ਹਾਲਾਂਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਇਹ ਸ਼ਾਖਾਵਾਂ ਕਿੱਥੇ-ਕਿੱਥੇ ਕਿਹੜੀਆਂ-ਕਿਹੜੀਆਂ ਥਾਵਾਂ ਤੇ ਲੱਗਦੀਆਂ ਨੇ, ਗੁਪਤ ਥਾਵਾਂ ਤੇ ਲੱਗਦੀਆਂ ਨੇ, ਕਿਸ ਦੇ ਘਰਾਂ 'ਚ ਲੱਗਦੀਆਂ ਨੇ ਜਾਂ ਫਿਰ ਆਮ ਜਨਤਕ ਥਾਵਾਂ ਤੇ ਲੱਗਦੀਆਂ ਨੇ, ਇਹ ਪਿੰਡਾਂ ਵਾਲੇ ਜ਼ਿਆਦਾ ਬਿਹਤਰ ਜਾਣਦੇ ਨੇ।
ਤੇ ਸੰਘ ਦੇ ਵੱਲੋਂ ਇਹ ਕੰਮ ਦੇਸ਼ ਦੇ ਹਰ ਸੂਬੇ ਦੇ ਵਿੱਚ ਚਲਾਇਆ ਜਾ ਰਿਹਾ ਹੈ। ਸੋ ਪੰਜਾਬੀਆਂ ਨੇ ਰਾਮ ਮੰਦਿਰ ਬਣਾਉਣ ਦੇ ਲਈ 46,097 ਕਰੋੜ ਰੁਪਏ ਇਕੱਠੇ ਕੀਤੇ ਨੇ। ਕਿਹੜੇ ਪੰਜਾਬੀਆਂ ਨੇ ਦਿੱਤੇ ਨੇ ਉਹਨਾਂ 'ਚ ਖਾਸ ਤੌਰ ਤੇ ਹੋ ਸਕਦਾ ਹੈ ਕਿ ਹਿੰਦੂ ਭਾਈਚਾਰੇ ਦੇ ਲੋਕ ਸ਼ਾਮਿਲ ਹੋਣ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਕਰਦੇ ਰਹੋ। ਅੱਜ ਭਾਰਤ ਬੰਦ ਹੈ, ਸ਼ਾਮ ਨੂੰ 6 ਵਜੇ ਤੱਕ ਬੰਦ ਰਹੇਗਾ। ਸੋ ਘਰੋਂ ਬਾਹਰ ਤੁਸੀਂ ਨਾ ਨਿਕਲਿਓ ਤੇ ਅਸੀਂ ਵੀ ਦਾ ਖਾਲਸ ਟੀਵੀ ਦੇ ਉੱਤੇ ਭਾਰਤ ਬੰਦ ਦੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾਉਂਦੇ ਰਹਾਂਗੇ। ਧੰਨਵਾਦ।